ਪਹਿਲੀਆਂ 12 ਆਇਤਾਂ ਜਿਸਲੇ ਅਸੀਂ ਦੇਖਦੇ ਹਾਂ 26ਵੇਂ ਭਾਗ ਦੀਆਂ, ਹੁਣ ਜਿਹੜੇ ਕੰਮ ਪ੍ਰਭੂ ਅੱਗੇ ਕਰ ਰਿਹਾ ਆ ਦਾਊਦ ਦੇ ਰਾਹੀਂ, ਉਹ ਸਾਨੂੰ ਹੁਣ ਇਸ ਦੇ ਵਿੱਚ ਦੇਖਣੇ ਸ਼ੁਰੂ ਹੋ ਗਏ। ਸੋ ਫਾਰ ਅਸੀਂ ਇਹ ਦੇਖਿਆ ਕਿ ਪ੍ਰਭੂ ਨੇ ਉਸ ਨੂੰ ਪਿਛਲੇ ਚੈਪਟਰ ਦੇ ਵਿੱਚ ਦੇਖਿਆ ਕਿ ਪ੍ਰਭੂ ਨੇ ਉਸ ਨੂੰ ਸਲਾਹਕਾਰ ਦੇਣੇ ਸ਼ੁਰੂ ਕਰ ਦਿੱਤੇ। ਪ੍ਰਭੂ ਨੇ ਉਸ ਨੂੰ ਇੱਕ ਫੈਮਿਲੀ ਦੇਣੀ ਵੀ ਸ਼ੁਰੂ ਕਰ ਦਿੱਤੀ। ਪ੍ਰਭੂ ਨੇ ਉਸ ਨੂੰ ਇੱਕ ਐਸੀ ਔਰਤ ਦਿੱਤੀ ਜੋ ਸੱਚਮੁੱਚ ਰਾਣੀ ਕਹਾਉਣ ਦੇ ਯੋਗ ਸੀ, ਠੀਕ, ਔਰ ਜੋ ਸੱਚਮੁੱਚ ਇੱਕ ਭਲੀ ਔਰਤ ਸੀ, ਜਿਸ ਦੇ ਕੋਲ ਪ੍ਰਭੂ ਦੀ ਦਿੱਤੀ ਹੋਈ ਬੁੱਧੀ ਸੀ। ਔਰ ਹੁਣ ਅਸੀਂ ਇਸ ਚੈਪਟਰ ਦੇ ਵਿੱਚ ਜਿਹੜਾ ਦੇਖਣ ਜਾ ਰਹੇ ਹਾਂ ਕਿ ਸਾਊਲ ਦੀ ਹਾਲਤ, ਪ੍ਰਭੂ ਹੁਣ ਸਾਊਲ ਨੂੰ ਕੀ ਕਰ ਰਿਹਾ। ਉਧਰਲੇ ਪਾਸੇ ਦਾਊਦ ਦੇ ਲਈ ਕੀ ਕੀਤਾ ਅਸੀਂ ਉਹ ਕੱਲ ਦੇਖਿਆ। ਹੁਣ ਉਹ ਸਾਊਲ ਜਿਹੜਾ, ਉਸ ਨੂੰ ਰਾਜਾ ਸਾਊਲ ਨੂੰ ਦੇ ਨਾਲ ਉਹ ਕੀ ਕਰ ਰਿਹਾ। ਦੋਨੇ ਕੰਮ ਪ੍ਰਭੂ ਕਰ ਰਿਹਾ, ਦੋਨੇ ਕੰਮ ਪ੍ਰਭੂ ਕਰ ਰਿਹਾ। ਆਹ ਜਿਹੜੇ ਲੋਕ ਆ, ਇਹਨਾਂ ਨੇ ਪਹਿਲੀ ਵਾਰੀ ਵੀ ਜਿਸ ਵੇਲੇ ਸਾਊਲ ਆਇਆ ਸੀ ਸੈਨਾ ਲੈ ਕੇ, ਤੇ ਇਹਨਾਂ ਨੇ ਜਾ ਕੇ ਦੱਸਿਆ ਸੀ, ਤੇ ਹੁਣ ਦੂਜੀ ਵਾਰੀ ਵੀ ਇਹਨਾਂ ਨੇ ਜਾ ਕੇ ਦੱਸਿਆ। ਸੋ ਇਹ ਜਿਹੜੇ ਲੋਕ ਆ, ਪ੍ਰਭੂ ਇਹਨਾਂ ਨੂੰ ਵੀ ਵਰਤਦਾ ਪਿਆ। ਜੇ ਇਹ ਨਿਕੰਮੇ ਲੋਕ ਆ, ਜੇ ਇਹ ਪ੍ਰਭੂ ਨੂੰ ਪਿਆਰ ਕਰਨ ਵਾਲੇ ਲੋਕ ਨਹੀਂ, ਤਾਂ ਪ੍ਰਭੂ ਉਹਨਾਂ ਨੂੰ ਵੀ ਵਰਤ ਲੈਂਦਾ ਆਪਣੇ ਕੰਮ ਦੇ ਲਈ। ਉਹ ਕਿਸੇ ਨੂੰ ਵੀ ਵਰਤ ਲੈਂਦਾ। ਸੋ ਸਾਊਲ ਨੇ ਉਸੇ ਵੇਲੇ, ਸਾਊਲ ਭੁੱਲ ਗਿਆ ਕਿ ਪਿੱਛੇ ਮੈਨੂੰ ਦਾਊਦ ਨੇ ਮੇਰੀ ਜਾਨ ਛੱਡੀ ਸੀ। ਔਰ ਕਿਉਂਕਿ ਉਸਨੇ ਜਿਹੜਾ ਸਭ ਤੋਂ ਵੱਡਾ ਜਿਹੜਾ ਪਾਪ ਕੀਤਾ, ਉਹ ਪਿਛਲੇ ਚੈਪਟਰ ਦੀ ਅਖੀਰਲੀ ਆਇਤ 44ਵੀਂ ਆਇਤ ਅਸੀਂ ਦੇਖਦੇ ਹਾਂ ਕਿ ਦੂਜੇ ਪਾਸੇ, ਮੈਂ 43-44 ਦੋਨੇ ਪੜ੍ਹ ਦਿੰਦਾ। ਦਾਊਦ ਨੇ ਜਰਹੇਲ ਦੀ ਨਿਵਾਸੀ ਅਹੀਨੋਮ ਨਾਲ ਪਹਿਲਾ ਵਿਆਹ ਕੀਤਾ ਸੀ, ਸੋ ਹੁਣ ਉਸਨੇ ਐਬੀਗੇਲ ਨੂੰ ਆਪਣੀ ਪਤਨੀ ਬਣਾ ਲਿਆ। ਦੂਜੇ ਪਾਸੇ ਸਾਊਲ ਨੇ ਆਪਣੀ ਪੁੱਤਰੀ ਮੀਕਲ, ਜਿਹੜੀ ਕਿ ਦਾਊਦ ਦਾ ਵਿਆਹ ਹੋਇਆ ਸੀ ਉਸ ਦੇ ਨਾਲ, ਉਸਨੇ ਜੋ ਕਿਹਾ ਸੀ ਉਹਨੇ ਕੀਤਾ। ਉਸਨੇ ਕਿਹਾ ਮੈਨੂੰ 100 ਸਿਰ ਚਾਹੀਦਾ, ਉਹਨੇ 200 ਲਿਆ ਕੇ ਦੇ ਦਿੱਤਾ। ਕਿਉਂਕਿ ਇਹ ਗੰਦਾ ਕੰਮ ਉਸ ਲੜਕੀ ਦੇ ਬਾਪ ਨੇ ਕੀਤਾ, ਰਾਜਾ ਸਾਊਲ ਨੇ ਕੀਤਾ। ਤਾਂ ਇਸ ਦੇ ਨਾਲ ਉਹ ਜੋ ਕੁਝ ਬਚਾਉਣਾ ਚਾਹੁੰਦਾ ਪਿਆ ਨਾ, ਉਹਦੀਆਂ ਜੜ੍ਹਾਂ ਦੇ ਵਿੱਚ ਅੱਗ ਆਪੇ ਦੇ ਰਿਹਾ। ਜੇ ਮੀਕਲ ਉਸਦੀ ਪਹਿਲੀ ਪਤਨੀ ਹੈ, ਔਰ ਪ੍ਰਭੂ ਜੇ ਮੀਕਲ ਨੂੰ ਆਪਣੀ ਬਰਕਤ ਦੇ ਦਿੰਦਾ, ਤੇ ਜਿਹੜਾ ਸਾਊਲ ਔਰ ਬਿਨਯਾਮੀਨ ਆ, ਦਾਊਦ ਯਹੂਦਾ ਦੇ ਕਬੀਲੇ ਦਾ, ਤੇ ਯਹੂਦਾ ਦੇ ਰਾਜਾ ਦੇ ਘਰ ਜਿਹੜੀ ਪਤਨੀ ਸੀਗੀ, ਪਹਿਲੀ ਪਤਨੀ ਜਿਹੜੀ ਮਹਾਰਾਣੀ ਸੀਗੀ, ਉਹ ਫਿਰ ਵੀ ਬਿਨਯਾਮੀਨੀ ਦੀ ਹੋਣੀ ਸੀ। ਦਾਊਦ ਤੋਂ ਬਾਅਦ ਜਿਸਨੇ ਗੱਦੀ ਤੇ ਬਹਿਣਾ ਸੀ, ਉਸਨੇ ਇਸ ਚੀਜ਼ ਦਾ ਧਿਆਨ ਰੱਖਣਾ ਸੀ ਕਿ ਇਹ ਮੇਰੇ ਬਾਪ ਦਾ ਘਰ ਆ ਮੇਰੀ ਮਾਂ ਦੇ ਲੋਕ ਆ ਮੇਰੇ ਬਾਪ ਦੇ ਲੋਕ ਆ ਮੇਰੀ ਮਾਂ ਦੇ ਲੋਕ। ਸਾਊਲ ਨੇ ਆਪਣੇ ਜਿਹੜੀਆਂ ਚੀਜ਼ਾਂ ਦੇ ਲਈ ਉਹ ਕਹਿ ਰਿਹਾ ਨਾ ਕਿ ਤੂੰ ਮੇਰੀ ਜਿਣਸ ਖਤਮ ਕਰ ਦੇਣੀ ਹੈ, ਆਪਣੀ ਜਿਣਸ ਖਤਮ ਕਰਨ ਦਾ ਕੰਮ ਆਪੇ ਹੀ ਕਰ ਲਿਆ। ਸੋ ਪ੍ਰਭੂ ਨੇ ਜਿਹੜੀ ਉਸਦੇ ਉੱਤੇ ਮੂਰਖਤਾ ਦੀ ਆਤਮਾ ਘੱਲੀ ਹੋਆ ਨਾ, ਉਹ ਇੱਕ ਤੋਂ ਬਾਅਦ ਦੂਜਾ ਮੂਰਖਾਂ ਵਾਲਾ ਕੰਮ ਹੁਣ ਕਰਦਾ ਪਿਆ। ਸੋ ਉਹ ਸੈਨਾ ਲੈ ਕੇ ਚੜ ਗਿਆ, ਥੱਕ ਗਏ, ਸੌਂ ਗਏ। ਦਾਊਦ ਪਹਾੜੀ ਦੇ ਦੂਜੇ ਪਾਸੇ ਸੀ। ਉਸਨੇ ਕਿਹਾ ਕਿ ਮੈਨੂੰ ਇੱਕ ਬੰਦਾ ਚਾਹੀਦਾ, ਕੌਣ ਮੇਰੇ ਨਾਲ ਜਾਏਗਾ। ਅਬਸ਼ਾਈ ਨੇ ਕਿਹਾ ਮੈਂ ਤੇਰੇ ਨਾਲ ਜਾਵਾਂ। ਉਸਨੇ ਕਿਹਾ ਠੀਕ ਹੈ। ਔਰ ਪ੍ਰਭੂ ਨੇ ਉਸਨੂੰ ਦੱਸਿਆ ਸੀਗਾ ਉਹਨੂੰ ਕੀ ਕਰਨਾ। ਕਹਿੰਦਾ ਜਦ ਉਹਦੇ ਜਿਹੜੀ ਸਰਾਣੇ ਦੇ ਉੱਤੇ ਪਾਣੀ ਦਾ ਜਿਹੜਾ ਘੜਾ ਪਿਆ ਉਹ ਚੁੱਕ ਲਿਆ, ਸਰਾਹੀ, ਛੋਟੀ ਸਰਾਹੀ ਹੁੰਦੀ ਸੀ, ਉਹ ਚੁੱਕ ਲਿਆ, ਤੇ ਉਹਦਾ ਨੇਜਾ ਚੁੱਕ ਲਿਆ। ਔਰ ਉਸਨੇ ਕਿਹਾ ਕਿ ਇਹ ਕੀ ਕੰਮ ਹੋਇਆ, ਤੂੰ ਮਾਰ ਹੀ ਦੇ ਤਾਂ ਕੰਮ ਖਤਮ ਕਰ। ਨਹੀਂ, ਕਹਿੰਦਾ ਦਾਊਦ ਨੇ ਇੱਕ ਚੀਜ਼ ਕਹੀ ਕਿ ਨਹੀਂ, ਇਸਨੂੰ ਮੈਂ ਨਹੀਂ ਮਾਰਨਾ, ਇਸਨੂੰ ਮੈਂ ਨਹੀਂ ਮਾਰਨਾ, ਕਿਉਂਕਿ ਦਾਊਦ ਹੁਣੇ ਇੱਕ ਬਰਕਤ ਚੋਂ ਨਿਕਲ ਕੇ ਆਇਆ।
ਜੇ ਉਹ ਨਬਾਲ ਨੂੰ ਮਾਰ ਦਿੰਦਾ ਤੇ ਫਿਰ ਉਹੀ ਗੰਦੀ ਆਤਮਾ ਇੱਥੇ ਵੀ ਉਹਦੇ ਕੋਲ ਹੋਣੀ ਸੀਗੀ। ਉਹਨੇ ਕਹਿਣਾ ਚੱਲ ਮਾਰ ਦੇ ਇਹਨੂੰ, ਖਤਮ ਕਰ ਇਹਨੂੰ। ਉਸਨੇ ਕਿਹਾ ਨਹੀਂ, ਇਹ ਕੰਮ ਮੈਂ ਨਹੀਂ ਕਰਨਾ। ਇਹ ਇਸ ਦੇ ਉੱਤੇ ਪ੍ਰਭੂ ਨੇ ਇੱਕ ਦਿਨ ਕਿਰਪਾ ਕੀਤੀ ਸੀ। ਇਹ ਅਭਿਸ਼ੇਕ ਕੀਤਾ ਗਿਆ ਪ੍ਰਭੂ ਦੇ ਦੁਆਰਾ। ਸੋ ਇਸ ਨੂੰ ਏਦਾਂ ਨਹੀਂ, ਪ੍ਰਭੂ ਇਸ ਨੂੰ ਮਾਰੇਗਾ, ਮੈਂ ਨਹੀਂ ਇਸ ਨੂੰ ਮਾਰਨਾ। ਸੋ ਉਸਨੇ ਕਿਹਾ ਜਾ ਇਹਦੀ ਸਰਾਹੀ ਚੁੱਕ ਲਿਆ ਤੇ ਜਾਂ ਇਹਦੀ ਜਿਹੜਾ ਨੇਜਾ ਉਹ ਚੁੱਕ ਲਿਆ। ਤੇ ਪ੍ਰਭੂ ਕੀ ਕਰਦਾ ਪਿਆ, ਸਾਰਿਆਂ ਨੂੰ ਉਸਨੇ ਇੰਨੀ ਘੂਕ ਨੀਂਦ ਦਿੱਤੀ ਹੋਆ ਕਿ ਉਹਨਾਂ ਦੇ ਸੱਜੇ ਹੱਥ ਨੂੰ ਨਹੀਂ ਪਤਾ ਵੀ ਖੱਬਾ ਹੱਥ ਕਿੱਥੇ। ਔਰ ਉਹ ਅਬਨੇਰ ਇੱਕ ਪਾਸੇ ਸੁੱਤਾ ਪਿਆ ਤੇ ਦੂਸਰਾ ਜਨਰਲ ਦੂਜੇ ਪਾਸੇ ਸੁੱਤਾ ਪਿਆ, ਔਰ ਫੌਜੀਆਂ ਦਾ ਘੇਰਾ ਉਸਦੇ ਆਲੇ ਦੁਆਲੇ ਪਿਆ ਹੈ। ਉਸ ਦੇ ਵਿੱਚ ਮਲਕ ਜੈ ਜਾ ਕੇ ਉਸ ਦੇ ਵਿੱਚ ਸਰਾਹੀ ਵੀ ਚੁੱਕ ਲਿਆ ਤੇ ਨੇਜਾ ਵੀ ਚੁੱਕ ਲਿਆ। ਔਰ ਹੁਣ ਅਸੀਂ ਦੇਖਾਂਗੇ ਕਿ ਪ੍ਰਭੂ ਕੀ ਕਰਦਾ। 13 ਤੋਂ ਲੈ ਕੇ 16 ਤੱਕ ਹੁਣ ਇਸ ਨੂੰ ਪੜ੍ਹਦੇ। ਫਿਰ ਦਾਊਦ ਦੂਜੇ ਪਾਸੇ ਜਾ ਕੇ ਉਹਨਾਂ ਤੋਂ ਕਾਫੀ ਦੂਰੀ ਤੇ ਪਹਾੜ ਉੱਤੇ ਖੜਾ ਹੋ ਗਿਆ। ਉਸਨੇ ਪਹਾੜ ਦੀ ਟੀਸੀ ਉੱਤੇ ਖੜੇ ਹੋ ਕੇ ਉੱਚੀ ਦਿੱਤੀ ਅਬੀਨੇਰ ਨੂੰ ਆਵਾਜ਼ ਮਾਰੀ, ਅਬੀਨੇਰ, ਕੀ ਤੂੰ ਮੇਰੀ ਆਵਾਜ਼ ਸੁਣ ਸਕਦਾ ਹੈ? ਅਬੀਨੇਰ ਨੇ ਉੱਤਰ ਦਿੱਤਾ, ਰਾਜਾ ਨੂੰ ਕੌਣ ਆਵਾਜ਼ ਦੇ ਰਿਹਾ ਹੈ? ਦਾਊਦ ਨੇ ਉੱਤਰ ਦਿੱਤਾ, ਕੀ ਤੇਰੀ ਜਿੰਨੀ ਉੱਚੀ ਥਾਂ ਇਸਰਾਇਲ ਵਿੱਚ ਕਿਸੇ ਹੋਰ ਦੀ ਹੈ? ਕੀ ਤੇਰੇ ਤੇ ਇਸਰਾਇਲ ਦੇ ਪ੍ਰਭੂ ਰਾਜਾ ਦੀ ਸੁਰੱਖਿਆ ਦੀ ਵੱਡੀ ਜ਼ਿੰਮੇਵਾਰੀ ਨਹੀਂ? ਪਰ ਅੱਜ ਰਾਤ ਦੇ ਵੇਲੇ ਕੋਈ ਮਾਲਕ ਰਾਜਾ ਦੀ ਜਾਨ ਲੈਣ ਆਇਆ ਸੀ। ਅਬੀਨੇਰ, ਤੂੰ ਕਰਤੱਵ ਨੂੰ ਪੂਰਾ ਨਹੀਂ ਕੀਤਾ। ਪ੍ਰਭੂ ਦੀ ਸਹੁੰ, ਤੂੰ ਕੇਵਲ ਮਾਰੇ ਜਾਣ ਦੇ ਹੀ ਯੋਗ ਹੈ, ਕਿਉਂਕਿ ਤੂੰ ਪ੍ਰਭੂ ਦੇ ਅਭਿਸ਼ੇਕਤ ਰਾਜਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾਈ। ਕੀ ਤੂੰ ਦੱਸ ਸਕਦਾ ਹੈ ਕਿ ਰਾਜਾ ਦਾ ਨੇਜਾ ਅਤੇ ਪਾਣੀ ਦੀ ਸਰਾਹੀ ਜੋ ਉਸਦੇ ਸਿਰਹਾਣੇ ਪਈ ਸੀ ਕਿੱਥੇ ਹਨ? ਆਮੀਨ। ਆਮੀਨ। ਸੋ ਦੇਖੋ, ਉਸਨੇ ਰਾਜਾ ਦੇ ਨਾਲ ਗੱਲ ਨਹੀਂ ਹੁਣ ਕੀਤੀ, ਕਿਉਂਕਿ ਜਦੋਂ ਪਹਿਲੀ ਵਾਰੀ ਹੋਇਆ ਸੀਗਾ ਇਸ ਤਰ੍ਹਾਂ ਤਾਂ ਉਸਨੇ ਉਸਨੂੰ ਕਿਹਾ ਸੀ, ਦੇਖ ਮੈਂ ਤੇਰੀ ਜਾਨ ਨਹੀਂ ਲੈ ਸਕਦਾ, ਆ ਲੈ ਆਪਣੇ ਜਿਹੜਾ ਤੂੰ ਸ਼ਾਲ ਲੈ ਆਇਆ, ਆ ਲੈ ਉਹਦਾ ਹਿੱਸਾ, ਮੈਂ ਤੇਰੇ ਇੰਨੇ ਲਾਗੇ ਸੀ ਕਿ ਮੈਂ ਇਹਨੂੰ ਕੱਟ ਕੇ ਲੈ ਆਇਆ ਆਪਣੀ ਤਲਵਾਰ। ਉੱਥੇ ਸਿਰਫ ਪ੍ਰਭੂ ਕਦੀ ਵੀ ਕਿਸੇ ਨੂੰ ਹਮੇਸ਼ਾ ਵਾਰਨਿੰਗ ਦਿੰਦਾ, ਵਾਰਨਿੰਗ ਤੋਂ ਬਾਅਦ ਉਹ ਥੋੜਾ ਬਹੁਤਾ ਦਿਖਾਉਂਦਾ, ਲੇਕਿਨ ਅਖੀਰ ਦੇ ਵਿੱਚ ਉਹ ਸਾਰੀ ਕੌਮ ਦੇ ਸਾਹਮਣੇ ਇਨਸਾਨ ਨੂੰ ਨਿਕੰਮਾ ਸਾਬਤ ਕਰ ਦਿੰਦਾ। ਪ੍ਰਭੂ ਨਾਲ ਨਹੀਂ। तो उसने अबनेर ਨੂੰ ਆਵਾਜ਼ ਦਿੱਤੀ, ਜੋ ਜਨਰਲ ਹੈ ਜਿਹਦੇ ਨਾਲ ਸਾਰੀ ਫੌਜ ਜਿਹਦੇ ਬਲ ਤੱਕ ਦੀ, ਔਰ ਰਾਜਾ ਵੀ ਸੁਣਦਾ ਪਿਆ ਲੱਗੇ। ਉਸਨੇ ਕਿਹਾ ਕਿ ਤੂੰ ਜਨਰਲ ਨਹੀਂ ਫੌਜ ਦਾ, ਰਾਜਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੇਰੀ ਹੈ, ਤੇਰੀ ਹੈ, ਔਰ ਤੂੰ ਸੁੱਤਾ ਪਿਆ ਜੰਗ ਵਿੱਚ, ਤੂੰ ਨਿਕਲਿਆ ਆਇਆ ਔਰ ਕੋਈ ਵੀ ਰਾਜਾ ਦੀ ਰਾਖੀ ਵੀ ਨਹੀਂ ਕਰਦਾ ਪਿਆ। ਰਾਜਾ ਨੂੰ ਪੁੱਛ ਕੇ ਉਹਦਾ ਨੇਜਾ ਤੇ ਉਹਦੀ ਸਰਾਹੀ ਕਿੱਥੇ ਹੈ? ਸੋ ਅਬਨੇਰ ਦਾ ਵੀ ਸਿਰ ਨੀਵਾਂ ਹੋ ਗਿਆ ਔਰ ਸਾਰੀ ਫੌਜ ਦੇਖਦੀ ਪਈ। 3000 ਬੰਦੇ ਦੇ ਸਾਹਮਣੇ ਹੁਣ ਪ੍ਰਭੂ ਨੇ ਕੰਮ ਕਰ, ਉਹੀ ਸੇਮ ਕੰਮ ਹੀ ਕਰਾਇਆ ਇੱਕ ਤਰ੍ਹਾਂ ਦਾ। ਪਹਿਲੀ ਵਾਰੀ ਵੀ ਬੇਇੱਜ਼ਤੀ ਕਰਾ ਕੇ ਮੁੜਿਆ ਸੀ, ਹੁਣ ਦੂਜੀ ਵਾਰੀ ਫਿਰ। ਦੇਖੋ, ਜਿੱਡੀਆਂ ਮਰਜ਼ੀ ਸਾਡੀਆਂ ਮੁਸੀਬਤਾਂ ਹੋਣ, ਜੇ ਪ੍ਰਭੂ ਸਾਡੇ ਨਾਲ ਆ ਨਾ, ਫਿਰ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ। ਪ੍ਰਭੂ ਸਾਡੇ ਨਾਲ ਆ ਔਰ ਅਸੀਂ ਜਿਸਲੇ ਜਾਂਦੇ ਹਾਂ, ਅਸੀਂ ਪ੍ਰਭੂ ਤੋਂ ਆਪਣੀ ਨੇਕ ਸਲਾਹ ਲੈਂਦੇ ਹਾਂ। ਉਸਦੀ ਹਜ਼ੂਰੀ ਦੇ ਵਿੱਚ ਜਾਂਦੇ ਤਾਂ ਸਾਨੂੰ ਨੇਕ ਸਲਾਹ ਦਿੰਦਾ, ਉਹ ਸਾਡੀ ਸੰਭਾਲ ਕਰਦਾ। ਦੁਸ਼ਮਣ ਦਾ ਦੇਖੋ ਉਸਨੇ ਹਾਲ ਕੀ ਕੀਤਾ, ਸਾਰੇ ਸੁੱਤੇ ਪਏ, ਔਰ ਉੱਥੋਂ ਸਾਰੀ ਸੈਨਾ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ, ਕਿਉਂਕਿ ਚੁਣੇ ਹੋਏ ਸਿਪਾਹੀ ਵਾਪਸ ਜਾਣਾ ਆ, ਉਹਨਾਂ ਨੇ ਦੱਸਣਾ ਕੀ ਹੋਇਆ ਉੱਥੇ।
ਸਾਰੀ ਸੈਨਾ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਹੁਣ ਸਾਊਲ ਦੇ ਨਾਲ ਪਰਮੇਸ਼ਵਰ ਨਹੀਂ। It's finished. ਖਤਮ ਹੋ ਗਿਆ ਇਸ ਦਾ ਜੋ ਵੀ ਸੀਗਾ। ਈਵਨ ਜਨਰਲ ਨੂੰ ਪਤਾ ਲੱਗ ਗਿਆ ਕਿ ਹੁਣ ਇਹਦੇ ਨਾਲ ਪਰਮੇਸ਼ਵਰ ਹੈ ਨਹੀਂ। ਉਹ ਪਰਮੇਸ਼ਵਰ ਜੋ ਅਬਰਾਹਮ, ਇਸਹਾਕ ਤੇ ਯਾਕੂਬ ਦਾ ਪਰਮੇਸ਼ਵਰ, ਜੋ ਮਿਸਰ ਤੋਂ ਸਾਨੂੰ ਕੱਢ ਕੇ ਲਿਆਇਆ ਸੀ, ਜਿਸ ਨੇ ਸਮੁੰਦਰ ਪਾੜ ਕੇ ਦੋਹਾਂ ਹਿੱਸਿਆਂ ਦੇ ਵਿੱਚ ਸਾਡੀਆਂ ਜਾਨਾਂ ਨੂੰ ਬਚਾਇਆ ਸੀ, ਜਿਸ ਨੇ ਆ ਕੇ ਇਹ ਕਨਾਨ ਦੀ ਧਰਤੀ ਦੇ ਉੱਤੇ ਸਾਰੀਆਂ ਜੰਗਾਂ ਕੀਤੀਆਂ ਆਪ, ਔਰ ਇਹਨਾਂ ਨੇ ਅਸੀਂ ਤਾਂ ਸਿਰਫ ਕਬਜ਼ਾ ਹੀ ਕੀਤਾ ਸੀ, ਜੰਗਾਂ ਪ੍ਰਭੂ ਨੇ ਲੜੀਆਂ ਸੀ। ਉਹ ਪਰਮੇਸ਼ਵਰ ਅੱਜ ਸਾਡੇ ਰਾਜੇ ਦੇ ਨਾਲ ਹੈ ਨਹੀਂ। ਕਿੱਡਾ ਵੱਡਾ ਧੱਕਾ ਹੋਏਗਾ ਸਾਰੀ ਫੌਜ ਨੂੰ। ਉਹਨਾਂ ਨੂੰ ਇਸ ਚੀਜ਼ ਦਾ ਪਤਾ। ਉਹਨੇ ਸਾਊਲ ਨੇ ਕਿਹਾ ਸੀ ਪਹਿਲੀ ਵਾਰੀ ਕਿ ਮੈਂ ਮੁੜ ਕੇ ਤੇਰੇ ਪਿੱਛੇ ਨਹੀਂ ਆਊਂਗਾ। ਮੈਨੂੰ ਪਤਾ ਹੈ ਪ੍ਰਭੂ ਨੇ ਤੈਨੂੰ ਰਾਜਾ ਹੋਣ ਦੇ ਲਈ ਚੁਣਿਆ, ਪਰ ਤੂੰ ਮੇਰੇ ਖਾਨਦਾਨ ਨੂੰ ਨਾ ਮਾਰੇ। ਉਸਨੇ ਕਿਹਾ ਮੈਂ ਬਿਲਕੁਲ ਨਹੀਂ ਮਾਰੂੰਗਾ, ਮੈਂ ਇਹ ਭੱਦਾ ਕੰਮ ਕਦੀ ਨਹੀਂ ਕਰੂੰਗਾ। ਦਾਊਦ ਨੇ ਉਸਨੂੰ ਵਾਅਦਾ ਦਿੱਤਾ ਸੀ। ਔਰ ਹੁਣ ਜਿਸ ਵੇਲੇ ਉਸਨੇ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਆ, ਤਾਂ ਪ੍ਰਭੂ ਨੇ ਫਿਰ ਕਿਹਾ ਕਿ ਠੀਕ ਆ, ਹੁਣ ਤੂੰ ਇੱਜ਼ਤ ਦੇ ਨਾਲ ਨਹੀਂ ਜਾਏਗਾ। ਜਿਹੜੀ ਮਾੜੀ ਮੋਟੀ ਤੇਰੀ ਇੱਜ਼ਤ ਸੀਗੀ ਹੁਣ ਉਹ ਵੀ ਜਾਂਦੀ ਰਹੀ। ਅਗਰ ਸਾਡਾ ਭਰੋਸਾ ਪ੍ਰਭੂ ਤੇ ਹੋਵੇ ਤਾਂ ਵੈਰੀਆਂ ਨੂੰ ਏਦਾਂ ਰੋਲਦਾ। ਇਹ ਕੰਮ ਕਰਦਾ ਜਿਉਂਦਾ ਪ੍ਰਭੂ ਆ। 17 ਤੋਂ ਲੈ ਕੇ 20 ਤੱਕ 17 ਤੋਂ ਲੈ ਕੇ ਐਕਚੁਅਲੀ ਤੁਸੀਂ ਪੜ੍ਹ ਦਿਓ ਸਾਰਾ ਚੈਪਟਰ। ਇਸ ਨੂੰ ਸਾਊਲ ਨੇ ਤੁਰੰਤ ਦਾਊਦ ਦੀ ਆਵਾਜ਼ ਪਛਾਣ ਕੇ ਕਿਹਾ ਕਿ ਇਹ ਮੇਰਾ ਪੁੱਤਰ ਦਾਊਦ ਹੈ। ਦਾਊਦ ਨੇ ਉੱਤਰ ਦਿੱਤਾ, ਹਾਂ ਮੇਰੇ ਮਾਲਕ ਰਾਜਾ, ਮੈਂ ਹੀ ਹਾਂ, ਪਰ ਕੀ ਮੈਂ ਜਾਣ ਸਕਦਾ ਹਾਂ ਕਿ ਮੇਰਾ ਮਾਲਕ ਕਿਉਂ ਮੈਨੂੰ ਆਪਣੇ ਦਾਸ ਨੂੰ ਲੱਭ ਰਿਹਾ ਹੈ ਅਤੇ ਮੇਰਾ ਪਿੱਛਾ ਕਰ ਰਿਹਾ ਹੈ? ਮੈਂ ਕੀ ਅਪਰਾਧ ਕੀਤਾ ਹੈ? ਹੁਣ ਮੇਰਾ ਮਾਲਕ ਰਾਜਾ ਮੇਰੀ ਗੱਲ ਧਿਆਨ ਨਾਲ ਸੁਣੇ। ਜੇਕਰ ਪ੍ਰਭੂ ਨੇ ਤੁਹਾਨੂੰ ਮੇਰਾ ਪਿੱਛਾ ਕਰਨ ਘੱਲਿਆ ਹੈ ਤਾਂ ਇਹ ਉਸ ਦੇ ਲਈ ਇੱਕ ਭੇਟ ਠਹਿਰੇ, ਪਰ ਜੇਕਰ ਇਹ ਕਿਸੇ ਮਨੁੱਖ ਦਾ ਕੰਮ ਹੈ ਤਾਂ ਉਸ ਤੇ ਪ੍ਰਭੂ ਦਾ ਸਰਾਪ ਹੋਵੇ, ਕਿਉਂਕਿ ਉਹਨਾਂ ਨੇ ਮੈਨੂੰ ਮੇਰੇ ਘਰੋਂ ਬਾਹਰ ਕੱਢਿਆ ਹੈ ਕਿ ਮੇਰਾ ਪ੍ਰਭੂ ਦੇ ਵਿੱਚ ਕੋਈ ਹਿੱਸਾ ਨਾ ਹੋਵੇ, ਸਗੋਂ ਮੈਂ ਪਰਾਈ ਦੇਵਤਿਆਂ ਦੀ ਪੂਜਾ ਕਰਾਂ। ਸੋ ਹੁਣ ਮੇਰਾ ਲਹੂ ਪ੍ਰਭੂ ਦੇ ਸਾਹਮਣੇ ਪਰਾਈ ਧਰਤੀ ਉੱਤੇ ਨਾ ਡਿੱਗੇ, ਕਿਉਂਕਿ ਇਸਰਾਇਲ ਦਾ ਰਾਜਾ ਕੇਵਲ ਇੱਕ ਪਿੱਸੂ ਦਾ ਪਿੱਛਾ ਕਰਦਿਆਂ ਹੋਇਆਂ ਇੱਥੇ ਇਸ ਤਰ੍ਹਾਂ ਆਇਆ ਜਿਸ ਤਰ੍ਹਾਂ ਕਿ ਉਹ ਪਹਾੜਾਂ ਉੱਤੇ ਤਿੱਤਰ ਦਾ ਸ਼ਿਕਾਰ ਕਰ ਰਿਹਾ ਹੋਵੇ। ਸਾਊਲ ਨੇ ਉੱਤਰ ਦਿੱਤਾ, ਮੈਂ ਸੱਚਮੁੱਚ ਤੇਰਾ ਦੋਸ਼ੀ ਹਾਂ। ਪੁੱਤਰ ਦਾਊਦ, ਤੂੰ ਵਾਪਸ ਆ ਜਾ। ਮੈਂ ਅੱਗੇ ਤੋਂ ਤੈਨੂੰ ਕਦੀ ਵੀ ਨੁਕਸਾਨ ਕਰਨ ਦੀ ਨਹੀਂ ਸੋਚਾਂਗਾ, ਕਿਉਂਕਿ ਤੂੰ ਅੱਜ ਰਾਤ ਮੇਰੀ ਜਾਨ ਬਖਸ਼ੀ ਹੈ। ਮੈਂ ਅੱਜ ਤੱਕ ਮੂਰਖਤਾ ਕਰਦਾ ਆ ਰਿਹਾ ਹਾਂ। ਮੈਂ ਬਹੁਤ ਭਿਆਨਕ ਕੰਮ ਕੀਤਾ ਹੈ। ਦਾਊਦ ਨੇ ਉੱਤਰ ਦਿੱਤਾ, ਤੁਹਾਡਾ ਨੇਜਾ ਇੱਥੇ ਪਿਆ ਹੈ, ਤੁਸੀਂ ਆਪਣੇ ਕਿਸੇ ਜਵਾਨ ਨੂੰ ਘੱਲ ਦੇਵੋ, ਉਹ ਇਸ ਨੂੰ ਇੱਥੋਂ ਲੈ ਜਾਵੇ। ਪ੍ਰਭੂ ਹਰ ਮਨੁੱਖ ਨੂੰ ਉਸ ਦੀ ਕੀਤੀ ਭਲਾਈ ਅਤੇ ਵਿਸ਼ਵਾਸੀ ਹੋਣ ਦਾ ਫਲ ਦਿੰਦਾ ਹੈ। ਪ੍ਰਭੂ ਨੇ ਅੱਜ ਸੱਚਮੁੱਚ ਤੁਹਾਡੇ ਪ੍ਰਾਣ ਮੇਰੇ ਹੱਥੀਂ ਸੌਂਪ ਦਿੱਤੇ ਸਨ, ਪਰ ਮੈਂ ਉਸ ਦੇ ਅਭਿਸ਼ੇਕਤ ਰਾਜਾ ਉੱਤੇ ਹੱਥ ਨਹੀਂ ਚੁੱਕ ਸਕਦਾ ਹਾਂ। ਅੱਜ ਜਿਸ ਤਰ੍ਹਾਂ ਤੁਹਾਡਾ ਪ੍ਰਾਣ ਮੇਰੀਆਂ ਨਜ਼ਰਾਂ ਵਿੱਚ ਬਹੁਮੁੱਲਾ ਠਹਿਰਿਆ ਹੈ, ਉਸੇ ਤਰ੍ਹਾਂ ਮੇਰਾ ਪ੍ਰਾਣ ਵੀ ਪ੍ਰਭੂ ਦੇ ਸਾਹਮਣੇ ਬਹੁਮੁੱਲਾ ਠਹਿਰੇ ਅਤੇ ਉਹ ਮੈਨੂੰ ਬਹੁਤ ਸਾਰੀਆਂ ਵਿਪਤਾਵਾਂ ਤੋਂ ਬਚਾਈ ਰੱਖੇ। ਤਦ ਸਾਊਲ ਨੇ ਦਾਊਦ ਨੂੰ ਕਿਹਾ, ਪਰਮੇਸ਼ਰ ਤੈਨੂੰ ਅਸੀਸ ਦੇਵੇ, ਤੇਰਾ ਹਰ ਕੰਮ ਸਫਲ ਹੋਵੇ। ਇਸ ਦੇ ਪਿੱਛੋਂ ਦਾਊਦ ਆਪਣੇ ਰਾਹੇ ਚਲਾ ਗਿਆ ਅਤੇ ਸਾਊਲ ਆਪਣੇ। ਆਮੀਨ। ਪਹਿਲੀ ਵਾਰੀ ਜਦੋਂ ਸਾਊਲ ਵਾਪਸ ਗਿਆ ਸੀ ਤੇ ਦੂਜੀ ਵਾਰੀ ਜਦੋਂ ਹੁਣ ਸਾਊਲ ਵਾਪਸ ਗਿਆ, ਦੋ ਵੱਖਰੇ ਸਾਊਲ। ਪਹਿਲੀ ਵਾਰੀ ਜਿਹੜੀ ਸਾਊਲ ਦੀ ਬੇਇੱਜ਼ਤੀ ਹੋਈ ਸੀ ਉਹ ਸਿਰਫ ਸਾਊਲ ਦੇ ਸਾਹਮਣੇ, ਔਰ ਜਿਹੜੇ ਦਾਊਦ ਦੇ ਨਾਲ 2-3 ਬੰਦੇ ਸੀ ਉਹਨਾਂ ਦੇ ਸਾਹਮਣੇ ਹੋਈ ਸੀ। ਹੁਣ ਸਾਊਲ ਤੇ ਸਾਰੀ ਸੈਨਾ ਦੀ ਬੇਇੱਜ਼ਤੀ ਹੋਈ, ਸਾਰੇ ਲੋਕਾਂ ਦੇ ਸਾਹਮਣੇ।
ਔਰ ਫੌਜ ਦੇ ਅੰਦਰ ਇਸ ਵੇਲੇ ਕੋਈ ਕੌਨਫੀਡੈਂਸ ਨਹੀਂ। ਫੌਜ ਜਿਹੜੀ ਹੈ ਸਾਊਥ ਦੀ, ਉਹ ਆਲਰੇਡੀ ਅੱਧੀ ਅੰਦਰੋਂ ਮਰ ਚੁੱਕੀ ਹੈ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਕਿ ਹੁਣ ਪ੍ਰਭੂ ਦੇ ਨਾਲ ਨਹੀਂ, ਇਟਸ ਫਿਨਿਸ਼ਡ। ਸੋ ਦਾਊਦ ਉਸਨੂੰ ਕਹਿ ਰਿਹਾ ਕਿ ਇਹ ਕੰਮ ਤੁਸੀਂ ਕਿਉਂ ਬਾਰ-ਬਾਰ ਕਰਦੇ। ਔਰ ਫਿਰ ਸਾਊਲ ਨੇ ਆਪਣਾ ਪਾਪ ਮੰਨਿਆ ਕਿ ਮੈਂ ਅੱਜ ਸੱਚਮੁੱਚ ਤੇਰਾ ਦੋਸ਼ੀ ਹਾਂ। ਪੁੱਤਰ ਦਾਊਦ, ਤੂੰ ਵਾਪਸ ਆ ਜਾ, ਮੈਂ ਅੱਗੇ ਤੋਂ ਕਦੀ ਨੁਕਸਾਨ ਕਰਨ ਦੀ ਨਹੀਂ ਸੋਚਾਂਗਾ, ਕਿਉਂਕਿ ਤੂੰ ਅੱਜ ਰਾਤ ਮੇਰੀ ਜਾਨ ਬਖਸ਼ੀ ਹੈ। ਮੈਂ ਅੱਜ ਤੱਕ ਮੂਰਖਤਾ ਦਾ ਕੰਮ ਕਰਦਾ ਆ ਰਿਹਾ ਹਾਂ, ਮੈਂ ਬਹੁਤ ਭਿਅੰਕਰ ਕੰਮ ਕੀਤਾ ਹੈ। ਦਾਊਦ ਨੇ ਉੱਤਰ ਦਿੱਤਾ, ਤੁਹਾਡਾ ਨੇਜਾ ਇੱਥੇ ਪਿਆ ਹੈ, ਤੁਸੀਂ ਕਿਸੇ ਵੀ ਜਵਾਨ ਨੂੰ ਘੱਲੋ, ਉਹ ਇਸ ਨੂੰ ਇੱਥੋਂ ਲੈ ਜਾਵੇ। ਪ੍ਰਭੂ ਹਰ ਮਨੁੱਖ ਨੂੰ ਉਸਦੀ ਕੀਤੀ ਭਲਾਈ ਅਤੇ ਵਿਸ਼ਵਾਸੀ ਹੋਣ ਦਾ ਫਲ ਦਿੰਦਾ ਹੈ। ਪ੍ਰਭੂ ਨੇ ਅੱਜ ਸੱਚਮੁੱਚ ਤੁਹਾਡੇ ਪ੍ਰਾਣ ਮੇਰੇ ਹੱਥੀਂ ਸੌਂਪ ਦਿੱਤੇ ਸਨ, ਪਰ ਉਸਦੇ ਅਭਿਸ਼ੇਕਤ ਰਾਜਾ ਉੱਤੇ ਹੱਥ ਨਹੀਂ ਚੁੱਕਦਾ ਹਾਂ। ਅੱਜ ਜਿਸ ਤਰ੍ਹਾਂ ਤੁਹਾਡਾ ਪ੍ਰਾਣ ਮੇਰੀਆਂ ਨਜ਼ਰਾਂ 'ਚ ਬਹੁਮੁੱਲਾ ਠਹਿਰਿਆ ਹੈ, ਉਸੇ ਤਰ੍ਹਾਂ ਮੇਰਾ ਪ੍ਰਾਣ ਵੀ ਪ੍ਰਭੂ ਦੇ ਸਾਹਮਣੇ ਬਹੁਮੁੱਲਾ ਠਹਿਰੇ ਅਤੇ ਉਹ ਬਹੁਤ ਸਾਰੀਆਂ ਵਿਪਤਾਵਾਂ ਤੋਂ ਬਚਾਈ ਰੱਖੇ। ਤੇਰਾ ਪ੍ਰਾਣ ਜਿਹੜਾ ਸੀਗਾ ਨਾ, ਤੇਰੀ ਜਿਹੜੀ ਜਾਨ ਸੀਗੀ, ਉਸਨੇ ਮੇਰੇ ਹੱਥ ਦੇ ਵਿੱਚ ਰੱਖ ਦਿੱਤੀ ਸੀ। ਮੈਂ ਤੈਨੂੰ ਮਾਰ ਸਕਦਾ ਸੀ, ਪਰ ਮੈਂ ਤੇਰੀ ਇੱਜ਼ਤ ਕੀਤੀ। ਇਸੇ ਤਰ੍ਹਾਂ ਮੇਰਾ ਪ੍ਰਾਣ ਜਿਹੜਾ ਨਾ, ਉਹ ਮੇਰੇ ਮਾਲਕ ਦੇ ਹੱਥਾਂ ਦੇ ਵਿੱਚ ਬਹੁਮੁੱਲਾ ਰਹੇ। ਧਰਤੀ ਦੀ ਜਿਹੜੀ ਉਹਦੀ ਜਾਨ ਆ, ਉਹਦੇ ਹੱਥ ਦੇ ਵਿੱਚ ਆ। ਦਾਊਦ ਦੀ ਜਿਹੜੀ ਜਾਨ ਆ, ਉਹ ਪ੍ਰਭੂ ਦੇ ਹੱਥ ਦੇ ਵਿੱਚ ਆ। ਉਹਦਾ ਹੱਥ ਧਰਤੀ ਦੇ ਲੋਕਾਂ ਦੇ ਹੱਥ ਦੇ ਵਿੱਚ ਆ, ਦਾਊਦ ਦਾ ਹੱਥ ਪ੍ਰਭੂ ਦੇ ਹੱਥ ਦੇ ਵਿੱਚ ਆ। That's the main thing। ਔਰ ਇਹ ਸਾਨੂੰ ਚਾਹੀਦਾ ਹੁੰਦਾ ਕਿ ਸਾਡਾ ਹੱਥ ਕਿਹਨੇ ਫੜਿਆ। ਔਰ ਜਿਸ ਵੇਲੇ ਸਾਡਾ ਹੱਥ ਪ੍ਰਭੂ ਦੇ ਹੱਥ ਦੇ ਵਿੱਚ ਹੁੰਦਾ, ਫਿਰ ਕੋਈ ਪਰਵਾਹ ਨਹੀਂ ਹੁੰਦੀ, ਕਿਉਂਕਿ ਉਸ ਵੇਲੇ ਉਹ ਸਾਡੇ ਸੱਜੇ ਵੀ ਹੈ ਤੇ ਖੱਬੇ ਵੀ ਹੈ, ਅੱਗੇ ਵੀ ਹੈ ਤੇ ਪਿੱਛੇ ਵੀ ਹੈ, ਸਾਡੇ ਪੈਰਾਂ ਦੇ ਥੱਲੇ ਰਸਤਾ ਬਣ ਕੇ, ਜਿਨ੍ਹਾਂ ਰਸਤਿਆਂ ਤੇ ਸਾਨੂੰ ਚੱਲਣਾ ਚਾਹੀਦਾ। ਔਰ ਅੰਦਰ ਪਵਿੱਤਰ ਆਤਮਾ ਦੇ ਨਾਲ, ਔਰ ਸਾਡੇ ਸੰਗ ਜਿਹੜਾ ਖੜਾ ਹੁੰਦਾ, ਉਹ ਆਪਣੇ ਆਪ ਨੂੰ ਪ੍ਰਭੂ ਦਾ ਸੈਨਾਪਤੀ ਕਹਿੰਦਾ। ਸਾਨੂੰ ਕੋਈ ਸੈਨਾ ਦੀਆਂ ਫੌਜਾਂ ਨਹੀਂ ਚਾਹੀਦੀਆਂ ਹੁੰਦੀਆਂ, ਇੱਕੋ ਹੀ ਬਹੁਤ ਹੁੰਦਾ। ਅੱਗੇ ਜਾ ਕੇ ਅਸੀਂ ਪੜ੍ਹਨਾ, ਇੱਕ ਨਹੀਂ ਇੱਕ ਰਾਤ ਦੇ ਵਿੱਚ 1,75,000 ਮਾਰਤੇ ਸੀ। ਇੱਕ ਹੀ ਕਾਫੀ, ਨਾਲ ਉਹ ਸੈਨਾਪਤੀ ਹੁੰਦਾ ਪ੍ਰਭੂ ਦਾ, ਉਹ ਸਾਡਾ ਬਚਾਅ ਹੁੰਦਾ ਜੋ ਪ੍ਰਭੂ ਨੇ ਘੱਲਿਆ। ਪ੍ਰਭੂ ਨੇ ਆਪਣੀ ਬੁੱਧ ਸਾਨੂੰ ਦਿੱਤੀ ਹੁੰਦੀ ਹੈ, ਉਹਨਾਂ ਦੀ ਬੁੱਧ ਮਾਰੀ ਹੁੰਦੀ ਹੈ। ਔਰ ਇਹਨਾਂ ਤਰੀਕਿਆਂ ਦੇ ਨਾਲ ਪ੍ਰਭੂ ਕੰਮ ਕਰਦਾ। ਅਸੀਂ ਕੀ ਕੀਤਾ, ਅਸੀਂ ਜਿੱਥੋਂ ਆਏ ਆ ਨਾ, ਅਸੀਂ ਉਹਨਾਂ ਤੌਰ ਤਰੀਕਿਆਂ ਦੇ ਵਿੱਚ ਉਹ ਸਾਡੇ ਡੱਬੇ ਸੁੱਟੇ ਨਹੀਂ। ਉਹਨਾਂ ਵਿੱਚ ਜੋ ਕੁਝ ਸੀਗਾ ਉਹ ਤਾਂ ਸੁੱਟ ਦਿੱਤਾ, ਪਰ ਡੱਬੇ ਨਹੀਂ ਸੁੱਟੇ। ਹੁਣ ਅਸੀਂ ਪ੍ਰਭੂ ਨੂੰ ਉਹਨਾਂ 'ਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਤੇ ਪ੍ਰਭੂ ਜਿੱਦਾਂ ਉੱਥੇ ਅਸੀਂ ਜਾਂਦੇ ਸੀਗੇ ਕਿ ਦੇਣ ਲੈਣ ਦਾ ਕੰਮ ਹੁੰਦਾ ਸੀ, ਮੈਂ ਕੁਛ ਦਿੱਤਾ ਤੇ ਉਹਨੇ ਮੈਨੂੰ ਕੁਛ ਦਿੱਤਾ, ਮੈਂ ਸੁੱਖਿਆ, ਕੰਮ ਹੋ ਗਿਆ, ਨਹੀਂ ਚੜਾਵਾ ਚੜਾਤਾ, ਜੇ ਨਹੀਂ ਹੋਇਆ ਤਾਂ ਅਸੀਂ ਉਹੀ ਕੰਮ ਕਰਦੇ ਪਏ। ਲੇਕਿਨ ਜ਼ਿੰਦਗੀ ਦੇ ਵਿੱਚ ਪ੍ਰਭੂ ਇਹਨਾਂ ਤਰੀਕਿਆਂ ਦੇ ਨਾਲ ਚੱਲਦਾ। ਉਹ ਕੋਈ ਬਲੀਆਂ ਦਾ ਭੁੱਖਾ ਨਹੀਂ, ਆਗਿਆਕਾਰੀ ਦਾ ਭੁੱਖਾ ਹੈ। ਆਗਿਆਕਾਰੀ ਤੇ ਸ਼ੁਕਰਗੁਜ਼ਾਰੀ, ਇਹ ਦੋ ਚੀਜ਼ਾਂ ਪ੍ਰਭੂ ਸਾਡੇ ਕੋਲ ਮੰਗਦਾ। ਬਸ ਮਨ ਸਾਡਾ ਨਿੱਕੀ ਨਿੱਕੀ ਚੀਜ਼ ਦੇ ਲਈ ਸ਼ੁਕਰਗੁਜ਼ਾਰ ਰਹੇ, ਫਿਰ ਸਾਨੂੰ ਮੁਸੀਬਤਾਂ ਵੱਡੀਆਂ ਨਹੀਂ ਲੱਗਦੀਆਂ।
जिसले अपनी शुक्रगुजारियां असीं गिनते हैं फिर मुसीबतां नहीं सानूं वड्डियां लगदियां, पर जिस वेले असीं ना शुक्रे हो जाने तो फिर निक्की तो निक्की चीज भी बहुत वड्डी लगती है। सताईवां चैप्टर, उस दियां सिर्फ 12 आयतां, और जिसनूं मिल जाए वो पढ़ दे। मैं पढ़ां? हाँ जी, हाँ जी, हाँ जी। दाऊद फिलिस्तीतियां ਦੇ ਵਿਚਕਾਰ। दाऊद ने अपने मन ਵਿੱਚ ਸੋਚਿਆ, ਇੱਕ ਦਿਨ ਸਾਊਲ ਸੱਚਮੁੱਚ ਮੈਨੂੰ ਕਤਲ ਕਰ ਦੇਵੇਗਾ। ਮੇਰੇ ਲਈ ਇਹ ਚੰਗਾ ਹੋਵੇਗਾ ਕਿ ਮੈਂ ਫਲਸਤੀਨ ਦੇਸ਼ ਵਿੱਚ ਚਲਾ ਜਾਵਾਂ, ਤਾਂ ਉਹ ਮੈਨੂੰ ਇਸਰਾਇਲ ਵਿੱਚ ਲੱਭਣਾ ਬੰਦ ਕਰ ਦੇਵੇਗਾ ਅਤੇ ਮੈਂ ਇਸ ਤਰ੍ਹਾਂ ਸੁਰੱਖਿਅਤ ਰਹਾਂਗਾ। ਸੋ ਉੱਠਿਆ ਅਤੇ ਆਪਣੇ 600 ਆਦਮੀਆਂ ਨੂੰ ਨਾਲ ਲੈ ਕੇ ਗਥ ਦੇ ਰਾਜਾ ਮਾਇਕ ਦੇ ਪੁੱਤਰ ਅਕੀਸ਼ ਕੋਲ ਚਲਾ ਗਿਆ। दाऊद ਦੇ ਸਾਰੇ ਆਦਮੀ ਆਪਣੇ ਟੱਬਰ ਨਾਲ ਗਥ ਵਿੱਚ ਬਸ ਗਏ। दाऊद ਵੀ ਆਪਣੀਆਂ ਦੋਹਾਂ ਪਤਨੀਆਂ ਅਹੀਨੋਅਮ ਜੋ ਜਿਜਰਾਇਲ ਦੇ ਰਹਿਣ ਵਾਲੀ ਸੀ ਅਤੇ ਅਬੀਗੇਲ ਜੋ ਕਰਮਲ ਨਿਵਾਸੀ ਨਵਾਲ ਦੀ ਵਿਧਵਾ ਸੀ ਨਾਲ ਉੱਥੇ ਰਹਿਣ ਲੱਗਾ। ਸਾਊਲ ਨੂੰ ਜਦੋਂ ਪਤਾ ਲੱਗਾ ਕਿ दाऊद ਗਥ ਵੱਲ ਚਲਾ ਗਿਆ ਹੈ ਤਾਂ ਉਸਨੇ दाऊद ਦਾ ਪਿੱਛਾ ਕਰਨਾ ਛੱਡ ਦਿੱਤਾ। दाऊद ਨੇ ਅਕੀਸ਼ ਰਾਜਾ ਨੂੰ ਕਿਹਾ, ਜੇਕਰ ਸੱਚਮੁੱਚ ਤੇਰੀ ਮੇਰੇ ਤੇ ਮਿੱਤਰ ਦੇ ਤੌਰ ਤੇ ਦ੍ਰਿਸ਼ਟੀ ਹੈ ਤਾਂ ਮੈਨੂੰ ਕੋਈ ਵੱਖਰਾ ਨਗਰ ਰਹਿਣ ਲਈ ਦੇ, ਤਾਂ ਜੋ ਤੇਰਾ ਇਹ ਦਾਸ ਤੇਰੇ ਨਾਲ ਰਾਜਧਾਨੀ ਵਿੱਚ ਨਾ ਰਹੇ। ਅਕੀਸ਼ ਨੇ दाऊद ਨੂੰ ਸਿਕਲਾਗ ਨਗਰ ਦੇ ਦਿੱਤਾ ਅਤੇ ਉਸ ਦਿਨ ਤੋਂ ਅੱਜ ਤੱਕ ਸਿਕਲਾਗ ਯਹੂਦਾ ਦੇਸ਼ ਦਾ ਹਿੱਸਾ ਮੰਨਿਆ ਜਾਂਦਾ ਹੈ। दाऊद ਫਲਸਤੀਨ ਦੇਸ਼ ਵਿੱਚ ਪੂਰਾ 1 ਸਾਲ ਤੇ 4 ਮਹੀਨੇ ਰਿਹਾ। ਤਦ दाऊद ਅਤੇ ਉਸਦੇ ਆਦਮੀਆਂ ਨੇ ਗਾਜੂਸੀ, ਗਜਰੀ ਅਤੇ ਅਮਾਲੇਕੀ ਲੋਕਾਂ ਦੇ ਹੱਲਾ ਬੋਲਿਆ। ਇਹ ਸਭ ਲੋਕ ਸੂਰ ਦੇ ਇਲਾਕੇ ਤੋਂ ਲੈ ਕੇ ਮਿਸਰ ਦੀ ਹੱਦ ਤੱਕ ਬਹੁਤ ਲੰਮੇ ਸਮੇਂ ਤੋਂ ਵਸੇ ਹੋਏ ਸਨ। दाऊद ਨੇ ਉਹਨਾਂ ਦੇ ਸਭ ਆਦਮੀ ਔਰਤਾਂ ਨੂੰ ਕਤਲ ਕਰ ਦਿੱਤਾ, ਪਰ ਉਸਨੇ ਉਹਨਾਂ ਦੇ ਸਭ ਮਾਲ ਡੰਗਰ, ਭੇਡਾਂ ਬੱਕਰੀਆਂ ਅਤੇ ਲੀੜੇ ਲੱਤੇ ਲੁੱਟ ਲਏ ਅਤੇ ਵਾਪਸ ਅਕੀਸ਼ ਰਾਜਾ ਕੋਲ ਆ ਗਿਆ। ਅਕੀਸ਼ ਨੇ दाऊद ਤੋਂ ਪੁੱਛਿਆ, ਅੱਜ ਤੁਸੀਂ ਕਿੱਥੇ ਹੱਲਾ ਬੋਲਿਆ ਸੀ? दाऊद ਨੇ ਉੱਤਰ ਦਿੱਤਾ, ਯਹੂਦਾ ਦੇਸ਼ ਦੇ ਦੱਖਣੀ ਇਲਾਕੇ ਜਾਂ ਜਰਾਹੀਮੇਲ ਦੇ ਦੱਖਣੀ ਇਲਾਕੇ ਜਾਂ ਕੈਨੀਆ ਦੇ ਦੱਖਣੀ ਇਲਾਕੇ ਤੇ। दाऊद ਕਿਸੇ ਔਰਤ ਜਾਂ ਆਦਮੀ ਨੂੰ ਗਥ ਦੇਸ਼ ਵਿੱਚ ਨਾ ਲਿਆਇਆ ਕਿ ਕਿਤੇ ਉਹ ਉਹਨਾਂ ਦਾ ਭੇਦ ਨਾ ਖੋਲ ਦੇਵੇ। ਜਦੋਂ ਤੱਕ ਉਹ ਫਲਸਤੀਨ ਦੇਸ਼ ਵਿੱਚ ਰਿਹਾ ਉਸਨੇ ਇਸ ਢੰਗ ਦੀ ਵਰਤੋਂ ਕੀਤੀ। ਅਕੀਸ਼ ਵੀ ਉਸ ਦੀ ਗੱਲ ਮੰਨ ਗਿਆ ਅਤੇ ਸੋਚਣ ਲੱਗਾ, ਸੱਚਮੁੱਚ दाऊद ਦੇ ਆਪਣੇ ਲੋਕ ਇਸ ਨੂੰ ਘਿਰਨਾ ਕਰਦੇ ਹਨ, ਇਸੇ ਲਈ ਇਸ ਨੇ ਇਸ ਤਰ੍ਹਾਂ ਉਹਨਾਂ ਦੇ ਵਿਰੁੱਧ ਕੀਤਾ। ਹੁਣ ਇਹ ਹਮੇਸ਼ਾ ਤੱਕ ਮੇਰਾ ਦਾਸ ਬਣ ਕੇ ਹੀ ਕਰੇਗਾ। ਔਰ ਅਗਰ ਅਸੀਂ ਹੁਣ ਪ੍ਰਭੂ ਦੇ ਵਚਨ ਦੇ ਵਿੱਚ ਦੇਖੀਏ ਤੇ ਕਿਸ ਤਰ੍ਹਾਂ ਪ੍ਰਭੂ ਉਸ ਨੂੰ ਫਿਲਿਸਤ ਦੇ ਵਿੱਚ ਗਥ ਦੇ ਇਲਾਕੇ ਦਾ, ਜਿੱਥੇ ਦਾ ਦੂਸਰਾ ਗੁਲਾਇਥ ਰਹਿਣ ਵਾਲਾ ਸੀਗਾ, ਪ੍ਰਭੂ ਉਸ ਨੂੰ ਉਸੇ ਹੀ ਦੇਸ਼ ਦੇ ਵਿੱਚ ਦੇਖੋ ਲੈ ਗਿਆ। ਅਗਰ ਕੋਈ ਇਲਾਕਾ ਸੱਚਮੁੱਚ दाऊद ਨੂੰ ਨਫ਼ਰਤ ਕਰਦਾ ਤੇ ਮਾਰਨਾ ਚਾਹੁੰਦਾ ਹੋਏਗਾ ਤੇ ਇਹ ਇਲਾਕਾ ਹੋਏਗਾ, ਲੇਕਿਨ ਪ੍ਰਭੂ ਉਸ ਨੂੰ ਉਸੇ ਇਲਾਕੇ ਦੇ ਵਿੱਚ ਲੈ ਕੇ ਗਿਆ। ਔਰ ਰਾਜਾ ਅਕੀਸ਼ ਜਿਹੜਾ ਸੀਗਾ ਉਸਨੇ ਉਹਦੇ ਕੋਲ ਗਿਆ, ਉਸਨੇ ਕਿਹਾ ਕਿ ਮੈਂ ਤੇਰੇ ਇੱਥੇ ਦੇਸ਼ ਦੇ ਵਿੱਚ ਰਹਿਣਾ ਚਾਹੁੰਦਾ। ਅਕੀਸ਼ ਨੇ ਸੋਚਿਆ ਕਿ ਇਹ ਤਾਂ ਗੱਲ ਭਲੀ ਹੋ ਗਈ, ਜੇ ਇੱਥੇ ਰਹੇਗਾ, ਮੇਰੇ ਲਾਗੇ ਰਹੇਗਾ ਤੇ ਫਿਰ ਜਿਹੜਾ ਹੈਗਾ ਆ ਸਾਡੇ ਉੱਤੇ ਇਜ਼ਰਾਈਲੀ ਹਮਲੇ ਨਹੀਂ ਕਰਨਗੇ। ਸੋ ਦੇਖੋ ਇੱਥੇ ਕੀ ਹੁੰਦਾ ਪਿਆ ਕਿ ਜਿਸ ਵੇਲੇ दाऊद ਉੱਥੇ ਗਿਆ, ਆਪਣਾ ਪਰਿਵਾਰ ਟੱਬਰ ਲੈ ਗਿਆ, ਆਪਣਾ ਸਾਰਾ ਕੁਝ ਲੈ ਗਿਆ ਨਾ। ਹੁਣ ਹਮਲੇ ਜਿਹੜੇ ਉਹ ਕਰਦੇ ਪਏ ਆ, ਉਹ ਅਸਲ ਦੇ ਵਿੱਚ ਹਮਲੇ ਕਰਦੇ ਪਏ ਆ ਉਹਨਾਂ ਦੇਸ਼ਾਂ ਦੇ ਉੱਤੇ ਜਿਹੜੇ ਛੋਟੇ ਛੋਟੇ ਕਬੀਲੇ ਆਲੇ ਦੁਆਲੇ ਦੇ ਬਸੇ ਹੋ। ਜਿਸ ਤਰ੍ਹਾਂ ਸਿੰਪਲ ਐਗਜ਼ਾਮਪਲ ਇਸ ਤਰ੍ਹਾਂ ਆ ਕਿ ਜਿੱਦਾਂ ਸਾਡੇ ਇੰਡੀਆ ਦੇ ਵਿੱਚ ਜਿਹੜਾ ਕਸ਼ਮੀਰ ਦਾ ਇਲਾਕਾ, ਉਹ ਰੌਲੇ ਰੱਪੇ ਦਾ ਇਲਾਕਾ ਆ। ਪਾਕਿਸਤਾਨ ਕਹੀ ਜਾਂਦਾ ਇਹ ਸਾਡਾ ਆ, ਇੰਡੀਆ ਕਹੀ ਜਾਂਦਾ ਇਹ ਸਾਡਾ ਹੈ। ਇਸ ਤਰ੍ਹਾਂ ਬਹੁਤ ਸਾਰੇ ਇਲਾਕੇ ਸੀ ਜੋ ਰੌਲੇ ਰੱਪੇ ਦੇ ਇਲਾਕੇ ਸੀਗੇ।
और दाऊद ने ठीक ऐसी अपना सोच बनाई कि क्यों ना ਅਸੀਂ ਜਿਸਲੇ ਹਮਲਾ ਕਰੀਏ, ਅਸੀਂ ਇਹਨਾਂ ਲੋਕਾਂ ਦੇ ਉੱਤੇ ਹਮਲਾ ਕਰੀਏ, ਇਹਦੇ ਨਾਲ ਇਜ਼ਰਾਈਲ ਜਿਹੜਾ ਹੈਗਾ ਮਜ਼ਬੂਤ ਹੋਏਗਾ। ਰਾਈਟ। ਸੋ ਪ੍ਰਭੂ ਨੇ ਉਹ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ ਕਿ ਉਸ ਦੀਆਂ ਬੰਨੇ ਹੱਦਾਂ ਜੋ ਕੁਝ ਸੀ ਉਹ ਵੀ ਮਜ਼ਬੂਤ ਉਸਨੇ ਕਰਨੇ ਸ਼ੁਰੂ ਕਰ ਦਿੱਤੇ। ਤੇ ਜਿਸ ਵੇਲੇ ਉਹ ਪੁੱਛਦਾ ਸੀ ਤੂੰ ਕਿੱਥੇ ਗਿਆ, ਉਹ ਕਹਿੰਦਾ ਮੈਂ ਇੱਥੇ ਦੱਖਣੀ ਇਲਾਕਿਆਂ ਦੇ ਵਿੱਚ ਗਿਆ, ਉੱਥੇ ਜਾ ਕੇ ਮੈਂ ਹਮਲਾ ਕੀਤਾ। ਪਰ ਉੱਥੋਂ ਕੋਈ ਕਿਸੇ ਨੂੰ ਲਿਆਉਂਦੇ ਨਹੀਂ ਸੀ, ਗੁਲਾਮ ਨਹੀਂ ਸੀ ਫੜ ਕੇ ਲਿਆਉਂਦੇ, ਨਾ ਔਰਤਾਂ ਨੂੰ, ਨਾ ਬੱਚਿਆਂ ਨੂੰ, ਨਾ ਬੰਦਿਆਂ ਨੂੰ, ਸਿਰਫ ਮਾਲ ਮੱਤਾ ਲੈ ਕੇ ਆਉਂਦੇ ਸੀ, ਪਰ ਉਹਨਾਂ ਨੂੰ ਕਮਜ਼ੋਰ ਕਰਕੇ ਆਉਂਦੇ ਸੀ। ਸੱਚਮੁੱਚ ਠੀਕ ਆ, ਕਿਉਂਕਿ ਉਹ ਜੇ ਇਹਨੂੰ ਉੱਥੇ ਹਮਲਾ ਕੀਤਾ, ਇਹਦੇ ਕੋਲ ਤਾਂ ਦਾਸ ਹੋਣੇ ਚਾਹੀਦੇ ਸੀ ਉੱਥੇ ਦੇ। ਸੱਚਮੁੱਚ ਇਜ਼ਰਾਈਲ ਨੂੰ ਬਹੁਤ ਨਫ਼ਰਤ ਕਰਦਾ, ਇਜ਼ਰਾਈਲੀ ਲੋਕ ਇਹਨੂੰ ਬਹੁਤ ਨਫ਼ਰਤ ਕਰਦੇ ਆ। ਸੋ ਉਸਨੇ, ਪ੍ਰਭੂ ਨੇ ਉਸਨੂੰ ਇਹ ਬੁੱਧ ਦਿੱਤੀ ਜੋ ਉਹ ਉੱਥੇ ਵਰਤਦਾ ਰਿਹਾ, ਔਰ ਪ੍ਰਭੂ ਉਸਨੂੰ ਬਰਕਤ ਦਿੰਦਾ ਰਿਹਾ। ਲੇਕਿਨ ਇੱਥੇ ਇੱਕ ਕੰਮ ਹੋਰ ਹੋਇਆ। ਜਿਸ ਤਰ੍ਹਾਂ ਸਾਊਲ ਜਿਹੜਾ ਅਸੀਂ ਪਿੱਛੇ ਦੇਖਿਆ ਸੀਗਾ ਕਿ ਸਾਊਲ ਨੂੰ ਉਸਨੇ ਛੱਡ ਦਿੱਤਾ ਸੀਗਾ, ਜਾਨ ਬਚਾਤੀ ਸੀ, ਤੇ 3000 ਫੌਜੀ ਨੇ ਤੇ ਜਨਰਲਸ ਵਗੈਰਾ ਨੇ ਸਾਰਿਆਂ ਨੇ ਦੇਖਿਆ ਸੀ, ਤੇ ਉਹਨਾਂ ਨੇ ਇਹ ਦੇਖ ਲਿਆ ਸੀ ਕਿ ਪ੍ਰਭੂ ਇਸ ਨੂੰ ਛੱਡ ਗਿਆ, ਇਹ ਤਾਂ ਸਾਨੂੰ ਮਰਵਾਊਗਾ, ਇਹਨੇ ਆਪ ਵੀ ਹੁਣ ਮਰਨਾ ਤੇ ਇਹਨੇ ਸਾਨੂੰ ਵੀ ਮਰਵਾਉਣਾ, ਕਿਉਂਕਿ ਪ੍ਰਭੂ ਇਹਦੇ ਨਾਲ ਨਹੀਂ। ਸੋ ਇਸ ਇਲਾਕੇ ਦੇ ਵਿੱਚ ਜਿਸਲੇ ਦਾਊਦ ਚਲਾ ਗਿਆ, ਪ੍ਰਭੂ ਨੇ ਇੱਕ ਹੋਰ ਚਮਤਕਾਰ ਕੀਤਾ। ਆਓ ਉਸਨੂੰ ਦੇਖੀਏ। ਅਗਰ ਤੁਹਾਨੂੰ ਇੱਥੇ ਲਿਖਣ ਦੀ ਆਦਤ ਆ ਤੇ ਜਿੱਥੇ 6ਵੀਂ ਆਇਤ ਆ ਕਿ ਅਕੀਸ ਨੇ ਦਾਊਦ ਨੂੰ ਸਿਕਲਾਗ ਨਗਰ ਦੇ ਦਿੱਤਾ, ਤੇ ਉਸ ਦਿਨ ਤੋਂ ਉਹ ਸਿਕਲਾਗ ਨਗਰ ਦੇ ਵਿੱਚ ਰਹਿਣ ਲੱਗ ਪਿਆ। ਇਹਦੇ ਤੁਸੀਂ ਉੱਪਰ ਨਿਸ਼ਾਨੀ ਲਾ ਲਓ, ਪਹਿਲਾ ਇਤਿਹਾਸ 12ਵਾਂ ਭਾਵ ਉਸਦੀ 1 ਤੋਂ ਲੈ ਕੇ 15 ਆਇਤ ਤੱਕ। ਸੋ ਆਓ ਅਸੀਂ ਉੱਥੇ ਚੱਲਦੇ ਹਾਂ। ਔਰ ਪੰਨਾ ਹੈਗਾ 618 ਤੁਹਾਡੀਆਂ ਨਵੀਆਂ ਬਾਈਬਲਾਂ ਦੇ। ਪਹਿਲਾ ਇਤਿਹਾਸ 12ਵਾਂ ਭਾਵ मैं पढ़ते नहीं पाती। ਇਸ ਦੀਆਂ 15 ਆਇਤ। ਪੰਨਾ ਹੈਗਾ 618ਵਾਂ। ਅੱਛਾ। ਬਿਨਯਾਮੀਨ ਕਬੀਲੇ ਦੇ ਆਦਮੀ ਸਭ ਤੋਂ ਪਹਿਲਾਂ ਦਾਊਦ ਦੇ ਪਿੱਛੇ ਚੱਲੇ। ਜਦੋਂ ਦਾਊਦ ਸੀਕਲਗ ਵਿੱਚ ਸਾਊਲ ਤੋਂ ਬਚਣ ਲਈ ਲੁਕਿਆ ਹੋਇਆ ਸੀ ਤਾਂ ਉਸ ਕੋਲ ਬਹੁਤ ਸਾਰੇ ਸੂਰਮੇ ਆਦਮੀ ਆਏ, ਜਿਨ੍ਹਾਂ ਨੇ ਪਿੱਛੋਂ ਉਸ ਦੀ ਮਦਦ ਲੜਾਈ ਵਿੱਚ ਕੀਤੀ। ਇਹ ਆਦਮੀ ਬਿਨਯਾਮੀਨ ਕਬੀਲੇ ਦੇ ਸਨ, ਜਿਸ ਨਾਲ ਸਾਊਲ ਦਾ ਵੀ ਸੰਬੰਧ ਸੀ। ਉਹ ਚੰਗੇ ਤੀਰਅੰਦਾਜ਼ ਸਨ। ਉਹ ਸੱਜੇ ਖੱਬੇ ਤੀਰ ਜਾਂ ਪੱਥਰ ਮਾਰ ਸਕਦੇ ਸਨ। ਉਹਨਾਂ ਦਾ ਆਗੂ ਗਿਬਿਆਬ ਨਿਵਾਸੀ ਸ਼ਮਾ ਦੇ ਪੁੱਤਰ ਅਹੀਅਜ਼ਰ ਤੇ ਯੋਆਸ ਸਨ। ਇਹਨਾਂ ਆਦਮੀਆਂ ਦੇ ਨਾਂ ਇਹ ਸਨ: ਜਜ਼ੀਏਲ ਤੇ ਫਲਟ ਅਜ਼ਮਾਵਤ ਦੇ ਪੁੱਤਰ ਸਨ। ਸਾਹਾਕਾਰ ਤੇ ਜ਼ੇਹੂ ਜੋ ਅਨਥੋਥ ਨਿਵਾਸੀ ਦੇ ਸਨ। ਯਿਸ਼ਮਿਆ ਗਿਬਿਓਨ ਨਿਵਾਸੀ ਜੋ 30 ਪ੍ਰਸਿੱਧ ਸੂਰਮਿਆਂ ਵਿੱਚੋਂ ਇੱਕ ਸੀ। ਯਰਮਾਇਆ, ਯਹੀਜ਼ੀਏਲ, ਯੋਹਨਾਨ ਅਤੇ ਯੋਜ਼ਬਾਦ ਜੋ ਗਦਰੇਦ ਨਿਵਾਸੀ ਸਨ। ਅਲ-ਉਜ਼ੀ, ਜ਼ਰੀਮੋਥ, ਬੈਲਿਆ, ਸ਼ਮਰਿਆ, ਸ਼ਫਟਿਆ ਜੋ ਹਰਫ ਨਿਵਾਸੀ ਸਨ। ਅਲਕਨਾ, ਜਿਸਿਆ, ਅਜ਼ਰੇਲ, ਜ਼ੋਜ਼ਰ ਤੇ ਯਸ਼ਬਾਯਾਮ ਜੋ ਕੋਰਾ ਦੀ ਕੁਲ ਵਿੱਚੋਂ ਸਨ। ਜ਼ੋਹਲਾ ਤੇ ਜ਼ਬਰਦਿਆ ਜੋ ਗਦੋਨ ਨਿਵਾਸੀ ਯਰੋਹਾਮ ਦੇ ਪੁੱਤਰ ਸਨ। ਗਾਦ ਕਬੀਲੇ ਦੇ ਆਦਮੀ ਜੋ ਦਾਊਦ ਦੇ ਪਿੱਛੇ ਚੱਲੇ ਸਨ। ਗਾਦ ਕਬੀਲੇ ਦੇ ਇਹ ਆਦਮੀ ਦਾਊਦ ਦੇ ਪਿੱਛੇ ਉਸ ਸਮੇਂ ਚੱਲੇ ਜਦੋਂ ਉਹ ਜਾੜ ਵਿਚਲੇ ਕਿਲੇ ਵਿੱਚ ਰਹਿ ਰਿਹਾ ਸੀ। ਇਹ ਸਭ ਚੰਗੇ ਸੂਰਮੇ, ਢਾਲ ਤੇ ਨੇਜਾ ਚਲਾਉਣ ਵਿੱਚ ਮਾਹਰ, ਬੱਬਰ ਸ਼ੇਰ ਵਾਂਗ ਭਿਅੰਕਰ ਅਤੇ ਪਹਾੜੀ ਹਰਨ ਵਾਂਗ ਤੇਜ਼ ਦੌੜਨ ਵਾਲੇ ਸਨ। ਇਹਨਾਂ ਦੇ ਪਦਾਂ ਅਨੁਸਾਰ ਤਰਤੀਬਵਾਰ ਇਹਨਾਂ ਦੇ ਨਾਂ ਸਨ: ਏਜ਼ਰ, ਉਬਦਿਆ, ਅਲਯਾਬ, ਮਿਸ਼ਨੀਆ, ਯਰਮਾਇਆ, ਅਤਈ, ਅਲੇ, ਯੋਹਨਾਨ, ਅਲਜ਼ਾਬਾਦ, ਯਰਮਾਇਆ ਤੇ ਮਕਬਨਈ। ਗਾਦ ਕਬੀਲੇ ਦੇ ਇਹਨਾਂ ਆਦਮੀਆਂ ਵਿੱਚੋਂ ਸਭ ਤੋਂ ਉੱਚੇ ਪਦ ਵਾਲਾ ਇੱਕ ਹਜ਼ਾਰੀ ਅਤੇ ਸਭ ਤੋਂ ਛੋਟਾ 100 ਆਦਮੀਆਂ ਦਾ ਆਗੂ ਸੀ। ਇਹ ਉਹ ਆਦਮੀ ਸਨ ਜਿਨ੍ਹਾਂ ਨੇ ਪਹਿਲੇ ਸਾਲ ਦੇ ਪਹਿਲੇ ਮਹੀਨੇ ਵਿੱਚ ਉਸ ਵੇਲੇ ਜਰਦਨ ਦਰਿਆ ਪਾਰ ਕੀਤਾ ਜਦੋਂ ਕੰਢਿਆਂ ਤੱਕ ਚੜਿਆ ਹੋਇਆ ਸੀ, ਅਤੇ ਉਹਨਾਂ ਨੇ ਦਰਿਆ ਦੇ ਦੋਵੇਂ ਪਾਸੇ ਅਰਥਾਤ ਤੇ ਪੂਰਬ ਤੇ ਪੱਛਮੀ ਪਾਸੇ ਦੀ ਵਾਦੀ ਦੇ ਸਭ ਲੋਕਾਂ ਨੂੰ ਤਿੱਤਰ ਬਿੱਤਰ ਕਰ ਦਿੱਤਾ ਸੀ।
ਸੋ ਹੁਣ ਤੁਸੀਂ ਦੇਖੋ ਕਿ ਪ੍ਰਭੂ ਕਿਸ ਤਰ੍ਹਾਂ ਉਸਦੇ ਕੋਲ ਸੈਨਾ ਦੇ ਬੰਦੇ ਲੈ ਕੇ ਆ ਰਿਹਾ। ਉਹ ਸੈਨਾ ਦੇ ਬੰਦੇ ਜਿਨ੍ਹਾਂ ਨੂੰ ਤਿਆਰ ਸਾਊਲ ਨੇ ਕੀਤਾ, ਸਾਊਲ ਦੇ ਆਪਣੇ ਖਾਨਦਾਨ ਦੇ ਲੋਕਾਂ ਨੇ ਉਹਨਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਉਹ ਜਿਹੜੇ ਵੱਡੇ ਵੱਡੇ ਉਸਦੇ ਹਜ਼ਾਰੀ ਔਰ 100 ਬੰਦੇ ਦੇ ਉੱਤੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਰੈਂਕ ਕਰਨਲ, ਜਨਰਲ, ਜਿਹੜੇ ਛੋਟੇ ਜਨਰਲ ਹੁੰਦੇ ਆ, ਉਹ ਸਾਰੇ ਸਾਊਲ ਨੂੰ ਛੱਡ ਕੇ ਜਾਣ ਲੱਗ ਪਏ। ਇੰਨਾ ਫਰਕ ਪਿਆ ਉਸ ਜਿਹੜਾ ਜਿਸ ਵੇਲੇ ਉਸਨੇ ਉਸਦੀ ਸਰਾਹੀ ਤੇ ਉਸਦਾ ਨੇਜਾ ਉਸਨੂੰ ਦਿਖਾਇਆ ਔਰ ਕਿਹਾ ਕਿ ਪ੍ਰਭੂ ਤੇਰੇ ਨਾਲ ਨਹੀਂ, ਇਹ ਕੰਮ ਬੰਦ ਕਰ ਦੇ, ਇਹ ਕੰਮ ਬੰਦ ਕਰ ਦੇ। ਔਰ ਇਹਨਾਂ ਦੇ ਨਾਲ ਇਹ ਆਪ ਥੋੜ੍ਹੋ ਆਏ ਹੋਣੇ, ਆਪਣੇ ਬੱਚਿਆਂ ਨੂੰ ਲਿਆਏ ਹੋਣੇ ਆ। ਸੋ ਜਿਹੜੇ ਕੰਮ ਟ੍ਰੇਨਿੰਗ ਇਹਨਾਂ ਨੂੰ ਦਿੱਤੀ ਜਾ ਸਕਦੀ ਆ, ਦਾਊਦ ਨੂੰ ਬੇਸਿਕਲੀ ਹੁਣ ਉਹਦੇ ਪਿੱਛੇ ਪੂਰੀ ਸੈਨਾ ਆ। ਔਰ ਗਾਂ ਅਸੀਂ ਹੋਰ ਜਿੱਦਾਂ ਜਿੱਦਾਂ ਗਾਂ ਵਧਾਂਗੇ ਅਸੀਂ ਹੋਰ ਚੀਜ਼ਾਂ ਦੇਖਾਂਗੇ। ਅਸੀਂ ਬਹੁਤ ਸਾਰੀਆਂ ਚੀਜ਼ਾਂ ਫਸਟ ਕ੍ਰੋਨਿਕਲ ਦੇ ਵਿੱਚ ਜਿਹੜਾ ਪਹਿਲਾ ਇਤਿਹਾਸ ਤੇ ਦੂਜਾ ਇਤਿਹਾਸ ਦੇ ਵਿੱਚ ਅਸੀਂ ਦੇਖਾਂਗੇ, ਕਿਉਂਕਿ ਇਹ ਦਾਊਦ ਦੀ ਕਹਾਣੀ ਨੂੰ ਇਹ ਦੋਨੇ ਪੂਰੇ ਕਰਦੇ ਆ, ਇਹ ਦੋਨੇ ਹਿੱਸੇ ਪੂਰੇ ਕਰਦੇ ਆ। ਫਸਟ ਕ੍ਰੋਨਿਕਲ ਜਿਹੜਾ ਪਹਿਲਾ ਇਤਿਹਾਸ, ਪਹਿਲਾ ਤੇ ਦੂਜਾ ਸੈਮੂਅਲ, ਤੇ ਜਿਹੜੇ ਜ਼ਬੂਰ ਆ, ਭਜਨ। ਸੋ ਇਹ ਲੋਕ ਵੀ ਹੁਣ ਦਾਊਦ ਦੇ ਕੋਲ ਆਉਣ ਲੱਗ ਪਏ। ਪ੍ਰਭੂ ਦੇਖੋ ਕਿਸ ਲਈ ਮਦਦ ਕਰਦਾ ਤੇ ਕਿੱਦਾਂ ਮਦਦ ਕਰਦਾ। ਉਸਨੇ ਕਿਸੇ ਨੂੰ ਬੁਲਾਇਆ ਨਹੀਂ। ਇਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਪ੍ਰਭੂ ਸਾਡੇ ਆਲੇ ਦੁਆਲੇ ਲੋਕਾਂ ਨੂੰ ਲਾ ਦਿੰਦਾ, ਔਰ ਉਹ ਸਾਨੂੰ ਉਸਨੂੰ ਪਤਾ ਹੁੰਦਾ। ਇਸੇ ਕਰਕੇ ਪ੍ਰਭੂ ਦੇ ਵਚਨ ਦੇ ਵਿੱਚ ਇਹ ਚੀਜ਼ ਕਹੀ ਗਈ, ਪ੍ਰਭੂ ਯਿਸੂ ਨੇ ਕਹੀ ਸੀ ਕਿ ਜਦੋਂ ਤੁਸੀਂ ਦੁਆ ਕਰੋ ਤਾਂ ਕਮਲਿਆਂ ਨੂੰ ਇੱਕੋ ਚੀਜ਼ ਨੂੰ ਬਾਰ-ਬਾਰ ਮਤ ਕਹੋ, ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ, ਕਿਸ ਚੀਜ਼ ਦੀ ਲੋੜ ਹੈ। ਸੋ ਜੇ ਮੰਗੋ ਤੇ ਉਹਦੀ ਹਜ਼ੂਰੀ ਮੰਗੋ, ਜੇ ਲੱਭੋ ਤੇ ਉਸਦੀ ਹਜ਼ੂਰੀ ਲੱਭੋ, ਔਰ ਜੇ ਦਰਵਾਜ਼ਾ ਉਸਨੂੰ ਕਹੋ ਕਿ ਦਰਵਾਜ਼ਾ ਖੋਲ, ਮੈਂ ਅੰਦਰ ਆਉਣਾ। ਅਸੀਂ ਤਾਂ ਦਰਵਾਜ਼ਾ ਖੋਲਣ ਨੂੰ ਆਪਣੇ ਕੰਮਾਂ ਦੀ ਗੱਲ ਨੂੰ ਬਣਾ ਲਿਆ ਬਸ। ਫਿਰ ਪ੍ਰਭੂ ਨੇ ਕਿਹਾ ਦਰਵਾਜ਼ਾ ਖੋਲੂੰਗਾ, ਨਹੀਂ, ਉਸ ਦਰਵਾਜ਼ੇ ਦੀ ਗੱਲ ਹੋ ਰਹੀ ਆ। ਉਹ ਜਿਹੜਾ ਦਰਵਾਜ਼ਾ ਉੱਥੇ ਆ, ਉਹਦੀ ਗੱਲ ਹੋ ਰਹੀ ਆ। ਸਾਰੀ ਦੁਨੀਆ ਜਿਸ ਨੂੰ ਖੋਲਣ ਦੀ ਕੋਸ਼ਿਸ਼ ਕਰ ਰਹੀ ਹੈ ਆਪਣੇ ਤਰੀਕੇ ਦੇ ਨਾਲ, ਪਰ ਉਹ ਦਰਵਾਜ਼ਾ ਬਾਹਰੋਂ ਨਹੀਂ ਖੁੱਲਦਾ, ਉਹ ਦਰਵਾਜ਼ਾ ਅੰਦਰੋਂ ਖੁੱਲਦਾ, ਔਰ ਫਿਰ ਉਹ ਆ ਲੈਣ ਦਿੰਦਾ, ਫਿਰ ਉਹ ਬਹਿੰਦਾ, ਫਿਰ ਉਹ ਸਾਡੇ ਕੋਲ ਆਉਂਦਾ, ਸਾਡੇ ਦਰਵਾਜ਼ੇ ਨੂੰ ਵੀ ਆ ਕੇ ਖੜਕਾਉਂਦਾ। ਕਿਉਂਕਿ ਬਰਕਤ ਉਸੇ ਬੰਦੇ ਨੂੰ ਮਿਲਦੀ ਹੈ ਜੋ ਉਹਦੀ ਹਜ਼ੂਰੀ ਚ ਪੈਂਦਾ। ਜਿਸ ਲਈ ਉਸਦੀ ਹਜ਼ੂਰੀ ਦੇ ਨਾਲ ਅਸੀਂ ਭਰਪੂਰ ਹੋ ਕੇ ਆਉਂਦੇ ਹਾਂ, ਫਿਰ ਅਸੀਂ ਬਰਕਤਾਂ ਦਾ ਢੇਰ ਲੈ ਕੇ ਆਉਂਦੇ ਹਾਂ, ਆਪਣੇ ਲਈ ਨਹੀਂ, ਇਕੱਲਿਆਂ ਦੇ ਲਈ, ਬਹੁਤਿਆਂ ਦੇ ਲਈ ਬਰਕਤ ਬਣ ਜਾਂਦੀ ਹੈ। ਔਰ ਇਸ ਤਰ੍ਹਾਂ ਪ੍ਰਭੂ ਧਰਤੀ ਤੇ ਸਾਡੇ ਨਾਲ ਕੰਮ ਕਰਦਾ। ਸੋ ਅੱਗੇ ਅਸੀਂ ਦੇਖਦੇ ਪਏ ਹਾਂ ਕਿ ਉਹ ਹੁਣ ਦੁਸ਼ਮਣ ਦੇ ਕੋਲ ਗਿਆ। ਦੇਖੋ ਦੁਸ਼ਮਣ ਦੇ ਘਰ ਜਾ ਕੇ ਬੈਠਾ ਹੈ। ਅਕੀਸ਼ ਨੇ ਕਿਹਾ ਕਿ ਠੀਕ ਆ, ਇਹਨੂੰ ਤੇ ਇਹਦੇ ਲੋਕ ਘਿਰਣਾ ਹੀ ਬਹੁਤ ਕਰਦੇ ਆ, ਔਰ ਇਹ ਉਹਨਾਂ ਨੂੰ ਲੁੱਟ ਕੇ ਲਿਆਉਂਦਾ ਪਿਆ, ਔਰ ਇਸ ਕਰਕੇ, ਲੇਕਿਨ ਉਹ ਉਹਨਾਂ ਨੂੰ ਲੁੱਟ ਕੇ ਨਹੀਂ ਲਿਆਉਂਦਾ ਪਿਆ। ਉੱਥੇ ਜਿਹੜਾ ਝਗੜਾ ਪਿਆ ਉਹ ਸੀਗੇ, ਉਹ ਝਗੜੇ ਵਾਲੇ ਇਲਾਕੇ ਸੀਗੇ। ਉਹ ਜਿਹੜਾ ਦੂਸਰਾ ਪਾਸਾ ਸੀਗਾ ਜਿਹਦਾ ਸਾਊਲ ਧਿਆਨ ਹੀ ਨਹੀਂ ਸੀ ਦਿੰਦਾ ਬਿਲਕੁਲ। ਪ੍ਰਭੂ ਦੇ ਆਪਣੇ ਲੋਕ ਉੱਥੇ ਦੁੱਖ ਉਠਾ ਰਹੇ ਸੀ। ਉਹ ਉਹਨਾਂ ਤੇ ਹਮਲੇ ਕਰਕੇ ਉਹਨਾਂ ਲੋਕਾਂ ਨੂੰ
ਦੀ ਮਦਦ ਕਰਕੇ ਆਉਂਦਾ ਸੀ, ਉਹਨਾਂ ਲੋਕਾਂ ਨੂੰ ਵੀ ਹੌਸਲਾ ਹੁੰਦਾ ਸੀ ਕਿ ਦਾਊਦ ਸਾਡੇ ਨਾਲ। ਸੋ ਉਹਨਾਂ ਨੂੰ ਉਸ ਬਰਕਤ ਤੋਂ ਬਰਕਤ ਮਿਲਦੀ ਪਈ ਸੀ। ਇਸੇ ਕਰਕੇ ਜਿਸ ਵੇਲੇ ਅਸੀਂ ਇਸ ਵਚਨ ਦੇ ਵਿੱਚ ਦੇਖਦੇ ਪਏ ਹਾਂ ਤੇ ਉਹ ਦੋ ਤਰ੍ਹਾਂ ਦੇ ਕੰਮ ਪ੍ਰਭੂ ਤੋਂ ਕਰਾ ਰਿਹਾ। ਇੱਕ ਆਪਣੇ ਲੋਕਾਂ ਦੇ ਵਿੱਚ ਉਹਦਾ ਨਾਮ ਵੱਡਾ ਕਰਦਾ ਪਿਆ, ਦੂਸਰਾ ਜਿਹੜਾ ਦੁਸ਼ਮਣ ਨਾ ਉਹਨੂੰ ਵੀ ਭਰੋਸਾ ਦਿੰਦਾ ਪਿਆ ਕਿ ਇਹ ਬੰਦਾ ਭਰੋਸੇਯੋਗ, ਇਹ ਬੰਦਾ ਭਰੋਸੇਯੋਗ, ਤੂੰ ਇਸ ਨੂੰ ਮੈਂ ਰੱਖਣਾ ਹੀ ਰੱਖਣਾ। ਇਹ ਸੱਚਮੁੱਚ ਜੇ ਮੇਰੇ ਨਾਲ ਰਹੇਗਾ ਤੇ ਮੈਂ ਤਕੜਾ ਹੋਊਗਾ। 2 ਜ਼ਬੂਰ ਦੇਖਾਂਗੇ। ਕੋਈ ਜਾਣਾ ਸਾਮ ਭਜਨ 7 ਕੱਢੇ, ਸਾਮ ਭਜਨ 7, ਜਿਸ ਨੂੰ ਜਿਹੜਾ 26ਵਾਂ ਚੈਪਟਰ ਉਹਦੇ ਜਿੱਥੋਂ ਸ਼ੁਰੂ ਹੁੰਦਾ, ਜਿੱਥੇ ਉਹ ਜੀਫ ਨਿਵਾਸੀ ਉਹਨੂੰ ਫੇਰ ਫੜਵਾਉਣਾ ਮੰਗਦੇ ਆ, ਔਰ ਉੱਥੇ ਤੁਸੀਂ ਇਸ ਨੂੰ ਲਿਖ ਸਕਦੇ ਹੋ। ਸਾਮ 7 ਇੱਥੇ ਆ, ਔਰ ਕੋਈ ਜਣਾ ਸਾਮ 16 ਕੱਢ ਲੈ, ਭਜਨ 16। ਪਹਿਲਾਂ 7 ਪੜਾਂਗੇ ਫਿਰ 16 ਪੜਾਂਗੇ। मैं पढ़ देनी पास्टर जी। मेरी बात। ਨਿਆਂ ਦੇ ਲਈ ਪ੍ਰਾਰਥਨਾ। ਦਾਊਦ ਦਾ ਸ਼ਿਗਯੋਨ ਨਾਮ ਭਜਨ ਜੋ ਉਸਨੇ ਬਿਨਯਾਮੀਨੀ ਕੂਸ਼ ਦੀਆਂ ਗੱਲਾਂ ਦੇ ਕਾਰਨ ਪ੍ਰਭੂ ਦੇ ਸਾਹਮਣੇ ਗਾਇਆ ਸੀ। हे ਪ੍ਰਭੂ ਮੇਰੇ ਪਰਮੇਸ਼ਵਰ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਤੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਮੇਰਾ ਬਚਾਅ ਕਰ, ਨਹੀਂ ਤਾਂ ਉਹ ਸ਼ੇਰ ਦੇ ਵਾਂਗ ਮੈਨੂੰ ਪਾੜ ਖਾਣਗੇ। ਉਹ ਮੈਨੂੰ ਉੱਥੇ ਲੈ ਜਾਣਗੇ ਜਿੱਥੇ ਮੇਰਾ ਕੋਈ ਬਚਾਉਣ ਵਾਲਾ ਨਾ ਹੋਵੇ। ਉਹ ਮੇਰੇ ਟੋਟੇ ਟੋਟੇ ਕਰ ਦੇਣਗੇ। हे ਪ੍ਰਭੂ ਮੇਰੇ ਪਰਮੇਸ਼ਵਰ, ਜੇਕਰ ਮੇਰੇ ਤੋਂ ਕੋਈ ਬੁਰਾ ਕੰਮ ਹੋਇਆ ਹੈ, ਜੇਕਰ ਮੇਰੇ ਹੱਥੋਂ ਕੋਈ ਬੁਰਾਈ ਹੋਈ ਹੈ, ਜੇਕਰ ਮੈਂ ਆਪਣੇ ਕਿਸੇ ਮਿੱਤਰ ਨੂੰ ਧੋਖਾ ਦਿੱਤਾ ਹੈ ਜਾਂ ਮੈਂ ਆਪਣੇ ਕਿਸੇ ਵੈਰੀ ਨੂੰ ਬਿਨਾਂ ਕਾਰਨ ਲੁੱਟਿਆ ਹੈ, ਤਦ ਮੇਰੇ ਵੈਰੀ ਮੇਰਾ ਪਿੱਛਾ ਕਰਨ, ਉਹ ਮੈਨੂੰ ਫੜਨ, ਉਹ ਮੇਰੇ ਜੀਵਨ ਨੂੰ ਮਿੱਧਣ ਅਤੇ ਮੇਰੀ ਜਾਨ ਨੂੰ ਮਿੱਟੀ ਵਿੱਚ ਮਿਲਾਉਣ। हे ਪ੍ਰਭੂ ਤੂੰ ਆਪਣੇ ਕ੍ਰੋਧ ਵਿੱਚ ਉੱਠ, ਤੂੰ ਮੇਰੇ ਵੈਰੀਆਂ ਦੀ ਗੁੱਸੇ ਦੀ ਅੱਗ ਦੇ ਵਿਰੁੱਧ ਖੜਾ ਹੋ। हे ਪ੍ਰਭੂ ਤੂੰ ਮੇਰੇ ਲਈ ਜਾਗ, ਤੂੰ ਆਪ ਨਿਆਂ ਦਾ ਹੁਕਮ ਦਿੱਤਾ ਹੈ। ਤੂੰ ਆਪਣੇ ਚਾਰੇ ਪਾਸੇ ਲੋਕਾਂ ਦੀ ਸਭਾ ਇਕੱਠੀ ਹੋਣ ਦੇ, ਤਦ ਤੂੰ ਉਹਨਾਂ ਦੇ ਉੱਪਰ ਆਪਣੇ ਨਿਆਂ ਸਿੰਘਾਸਣ ਤੇ ਵਿਰਾਜਮਾਨ ਹੋ। हे ਪ੍ਰਭੂ ਤੂੰ ਸਭ ਦਾ ਨਿਆਂ ਕਰਤਾ ਹੈ। ਤੂੰ ਮੇਰਾ ਨਿਆਂ ਮੇਰੀ ਸੱਚਾਈ ਦੇ ਆਧਾਰ ਤੇ ਕਰ। ਤੂੰ ਜਾਣਦਾ ਹੈ ਕਿ ਮੈਂ ਨਿਰਦੋਸ਼ੀ ਹਾਂ। हे ਸੱਚੇ ਪ੍ਰਭੂ ਤੂੰ ਦਿਲਾਂ ਤੇ ਗੁਰਦਿਆਂ ਦੇ ਜਾਣਨ ਵਾਲਾ ਹੈ। ਤੂੰ ਦੁਸ਼ਟਾਂ ਦੀ ਦੁਸ਼ਟਤਾ ਨੂੰ ਖਤਮ ਹੋਣ ਦੇ, ਪਰ ਤੂੰ ਸੱਚੇ ਨੂੰ ਦ੍ਰਿੜ ਕਰ। ਪਰਮੇਸ਼ਵਰ ਮੇਰੀ ਢਾਲ ਹੈ, ਉਹ ਸ਼ੁੱਧ ਮਨਾਂ ਵਾਲਿਆਂ ਨੂੰ ਬਚਾਉਣ ਵਾਲਾ ਹੈ। ਪਰਮੇਸ਼ਵਰ ਸੱਚਾ ਨਿਆਂ ਕਰਤਾ ਹੈ, ਉਹ ਹਮੇਸ਼ਾ ਬੁਰਿਆਂ ਨੂੰ ਸਜ਼ਾ ਦਿੰਦਾ ਹੈ। ਜੇਕਰ ਮਨੁੱਖ ਆਪਣੇ ਬੁਰੇ ਕੰਮਾਂ ਨੂੰ ਨਹੀਂ ਛੱਡੇਗਾ ਤਾਂ ਪਰਮੇਸ਼ਵਰ ਆਪਣੀ ਤਲਵਾਰ ਹੋਰ ਤੇਜ਼ ਕਰੇਗਾ। ਉਸਨੇ ਆਪਣਾ ਤੀਰ ਕਮਾਨ ਪਹਿਲਾਂ ਹੀ ਖਿੱਚ ਰੱਖਿਆ ਹੈ, ਉਹ ਤੀਰ ਛੱਡਣ ਦੇ ਲਈ ਤਿਆਰ ਹੀ ਹੈ। ਉਸਨੇ ਮਨੁੱਖ ਦੀ ਮੌਤ ਦੇ ਲਈ ਹਥਿਆਰ ਵੀ ਤਿਆਰ ਕੀਤੇ ਹਨ, ਉਹ ਆਪਣੇ ਤੀਰਾਂ ਨੂੰ ਅਗਨੀ ਬਾਣ ਬਣਾ ਰਿਹਾ ਹੈ। ਬੁਰੇ ਮਨੁੱਖ ਨੂੰ ਬੁਰਾਈ ਦੀ ਪੀੜ ਲੱਗੀ ਹੋਈ ਹੈ, ਉਸਦੇ ਗਰਭ ਵਿੱਚ ਸ਼ਰਾਰਤ ਉਤਪੰਨ ਹੁੰਦੀ ਹੈ। ਹਾਂ, ਉਹ ਝੂਠ ਨੂੰ ਜਨਮ ਦਿੰਦੀ ਹੈ। ਉਸਨੇ ਇੱਕ ਟੋਇਆ ਪੁੱਟਿਆ ਹੈ, ਪਰ ਉਹ ਆਪ ਹੀ ਆਪਣੇ ਟੋਏ ਵਿੱਚ ਡਿੱਗ ਪਿਆ ਹੈ। ਇਸ ਤਰ੍ਹਾਂ ਉਸਦੀ ਸ਼ਰਾਰਤ ਉਸਦੇ ਸਿਰ ਆ ਪੈਂਦੀ ਹੈ, ਉਸਦੀ ਸੱਟ ਉਸਦੇ ਮੱਥੇ ਤੇ ਆ ਲੱਗਦੀ ਹੈ। ਮੈਂ ਪਰਮੇਸ਼ਵਰ ਦੇ ਨਿਆਂ ਲਈ ਉਸਦਾ ਧੰਨਵਾਦ ਕਰਦਾ ਹਾਂ। ਮੈਂ ਪਰਮ ਪ੍ਰਧਾਨ ਦੇ ਨਾਂ ਦੀ ਉਸਤਤ ਕਰਦਾ ਹਾਂ। ਮੈਂ ਕਦੀ 7ਵਾਂ ਜ਼ਬੂਰ ਇਸ ਤਰ੍ਹਾਂ ਸਮਝਿਆ ਸੀ। ਉਸਨੇ ਸਭ ਤੋਂ ਪਹਿਲਾਂ ਪ੍ਰਭੂ ਦੇ ਕੋਲ ਗਿਆ। ਉਸਨੇ ਪਹਿਲੀਆਂ 5 ਆਇਤਾਂ ਦੇ ਵਿੱਚ ਅਸੀਂ ਦੇਖਦੇ ਪਏ ਹਾਂ ਕਿ ਉਸਨੇ ਆਪਣਾ ਆਪ ਖੋਲ ਕੇ ਪ੍ਰਭੂ ਦੇ ਸਾਹਮਣੇ ਰੱਖ ਦਿੱਤਾ। ਪ੍ਰਭੂ ਮੈਂ ਕੋਈ ਕਪਟ ਨਹੀਂ ਕੀਤਾ, ਮੇਰੇ ਹੱਥ 2 ਵਾਰ ਸਾਊਲ ਆਇਆ, ਮੈਂ ਉਸਨੂੰ ਮਾਰਿਆ। ਮੈਂ ਇਜ਼ਰਾਈਲੀ ਸੈਨਾ ਦੇ ਕਿਸੇ ਬੰਦੇ ਨੂੰ ਨਹੀਂ ਮਾਰਿਆ। ਈਵਨ ਜਿਹੜੇ ਮੈਂ ਬਾਹਰ ਵੀ ਆਇਆ ਤੇ ਮੈਂ ਕਿਸੇ ਨੂੰ ਦੁੱਖ ਨਹੀਂ ਦਿੱਤਾ, ਉਹਨਾਂ ਦਾ ਬਚਾਅ ਦਾ ਕਾਰਨ ਬਣਿਆ ਹੈ। ਜੇ ਤੂੰ ਮੇਰੇ ਵਿੱਚ ਕੁਛ ਦੇਖਦਾ ਤੇ ਫਿਰ ਤੂੰ ਮੈਨੂੰ ਸਜ਼ਾ ਦੇ। ਜਿਹੜਾ ਅਗਲਾ ਹਿੱਸਾ, ਜਿਹੜਾ ਇਸ ਜ਼ਬੂਰ ਦਾ 6 ਤੋਂ ਲੈ ਕੇ 17 ਤੱਕ ਵਾਲਾ ਹਿੱਸਾ, ਉੱਥੇ ਉਸਨੇ ਆਪਣਾ ਹਿਰਖ ਪ੍ਰਭੂ ਦੇ ਅੱਗੇ ਰੋਇਆ। ਆਪਣਾ ਹਿਰਖ, ਜਿਹੜਾ ਦਿਲ ਜਿਹੜਾ ਭਰਿਆ ਪਿਆ ਨਾ, ਜਿਸਨੂੰ ਕੋਈ ਨਹੀਂ ਸੁਣਦਾ, ਅਗਰ ਸੁਣ ਵੀ ਲਏ ਕੁਛ ਕਰ ਨਹੀਂ ਸਕਦਾ। ਇਸ ਕਰਕੇ ਉਸਨੇ ਆਪਣੇ ਹੰਝੂ ਉਹਦੇ ਪੈਰਾਂ ਤੇ ਬਹਾਏ ਆ ਜਿਹੜਾ ਕੁਛ ਕਰ ਸਕਦਾ।
जिस तरह वो औरत यसू दे कोल आई सी, उसने यसू दे पैरां नूं चूमिया। उसने यसू दे पैरां नूं चूमिया और फिर हंझुआं दे नाल ओहदे हंझू डिगने शुरू हो गए। उसने अपने बालों के नाल पूंजे। कि यसू ने कहा, जा तेरे गुनाह माफ, जा तेरे गुनाह माफ। इस तरह दाऊद प्रभु दे चरणा च रोंदा, अपना हिरख रखदा पिया कि तू उसनूं मार। प्रभु ने उसनूं नहीं मारना, प्रभु ने उन्हें ऐदां दी मौत देनी है कि जिहड़ी कदी वैरी ते भी ना। जबूर 16। हाँ जी हाँ जी। प्रार्थना ਤੁਹਾਡੇ ਦੋ ਖੁੱਲੇ ਹੋ ਲੱਗਦੇ। ਹਾਂ हाँ जी, ठहर जो 1 मिनट, मैं इन्हें बंद कर दूं। ये पता नहीं बंदे ਨੂੰ ਹੁੰਦਾ, ਹੋਰ ਕਿਸੇ ਨੂੰ ਕਹਿ ਦੋ। ਅੱਛਾ ਸੌਰੀ, ਤੁਹਾਡੀ ਬਹੁਤ ਆਉਂਦੀ ਪਈ, ਤੁਹਾਨੂੰ ਇੱਕ ਬੰਦ ਕਰਨਾ ਪਏਗਾ। ਅੱਛਾ ਕੋਈ ਜਣਾ ਹੋਰ ਪੜ੍ਹਦੇ, ਮਨਦੀਪ ਤੁਸੀਂ ਪੜ੍ਹ ਦਿਓ ਪੁੱਤ। हे परमेश्वर, तू मेरी रखिया कर, मैं तेरी ही शरण आया हाँ। मैं प्रभु ਨੂੰ ਕਿਹਾ, ਤੂੰ ਮੇਰਾ ਪ੍ਰਭੂ ਹੈ, ਸਭ ਚੰਗੀਆਂ ਚੀਜ਼ਾਂ ਦਾ ਸੋਮਾ ਤੂੰ ਹੀ ਹੈ। ਵਿਸ਼ਵਾਸੀ ਜੋ ਇਸ ਧਰਤੀ ਉੱਤੇ ਹਨ ਆਦਰਯੋਗ ਹਨ, ਉਹਨਾਂ ਨਾਲ ਹੀ ਮੇਰੀ ਖੁਸ਼ੀ ਹੈ। ਜੋ ਲੋਕ ਦੂਜੇ ਦੇਵਤਿਆਂ ਦੇ ਪਿੱਛੇ ਜਾਂਦੇ ਹਨ, ਉਹ ਆਪਣੇ ਦੁੱਖਾਂ ਵਿੱਚ ਵਾਧਾ ਕਰਦੇ ਹਨ। ਮੈਂ ਉਹਨਾਂ ਦੇ ਦੇਵਤਿਆਂ ਦੇ ਸਾਹਮਣੇ ਖੂਨ ਬਲੀ ਨਹੀਂ ਚੜਾਵਾਂਗਾ, ਮੈਂ ਉਹਨਾਂ ਦੇ ਨਾਂ ਤੱਕ ਆਪਣੇ ਬੁੱਲਾਂ ਤੇ ਨਹੀਂ ਲਿਆਵਾਂਗਾ। ਪ੍ਰਭੂ ਤੂੰ ਮੇਰਾ ਠਹਿਰਾਇਆ ਵਿਰਸਾ ਹੈ, ਤੇਰੇ ਤੋਂ ਹੀ ਮੇਰੀ ਹਰ ਲੋੜ ਪੂਰੀ ਹੁੰਦੀ ਹੈ। ਤੇਰੇ ਹੱਥਾਂ ਵਿੱਚ ਹੀ ਮੇਰਾ ਭਵਿੱਖ ਹੈ। ਮੇਰੇ ਹਿੱਸੇ ਵਿੱਚ ਸੁੰਦਰ ਥਾਵਾਂ ਆਈਆਂ ਹਨ, ਮੇਰਾ ਵਿਰਸਾ ਅਤੀ ਉੱਤਮ ਹੈ। ਪ੍ਰਭੂ ਤੋਂ ਮੈਨੂੰ ਮਿਲੀ ਸਲਾਹ ਲਈ ਮੈਂ ਉਸ ਦੀ ਵਡਿਆਈ ਕਰਾਂਗਾ। ਰਾਤ ਦੇ ਸ਼ਾਂਤ ਵਾਤਾਵਰਣ ਵਿੱਚ ਹੀ ਵੀ ਮੇਰਾ ਮਨ ਮੇਰੀ ਅਗਵਾਈ ਕਰਦਾ ਹੈ। हे ਪ੍ਰਭੂ, ਮੈਂ ਹਮੇਸ਼ਾ ਪ੍ਰਭੂ ਨੂੰ ਆਪਣੇ ਸਾਹਮਣੇ ਰੱਖਦਾ ਹਾਂ, ਉਹ ਹਰ ਸਮੇਂ ਮੇਰੇ ਸੱਜੇ ਹੱਥ ਹੈ। ਮੈਂ ਸਦਾ ਅਟਲ ਰਹਾਂਗਾ, ਇਸ ਲਈ ਮੇਰਾ ਮਨ ਆਨੰਦਿਤ ਅਤੇ ਖੁਸ਼ ਹੈ। ਮੈਂ ਹਮੇਸ਼ਾ ਸੁਰੱਖਿਅਤ ਹਾਂ। ਤੂੰ ਮੈਨੂੰ ਨਰਕ ਕੁੰਡ ਵਿੱਚ ਜਾਣ ਨਹੀਂ ਦੇਵੇਂਗਾ। ਤੂੰ ਨਹੀਂ ਚਾਹੁੰਦਾ ਕਿ ਤੇਰਾ ਪਵਿੱਤਰ ਜਨ ਕਬਰ ਦਾ ਮੂੰਹ ਦੇਖੇ। ਤੂੰ ਮੈਨੂੰ ਜੀਵਨ ਦਾ ਰਾਹ ਦਿਖਾਉਂਦਾ ਹੈ। ਮੈਂ ਤੇਰੀ ਸੰਗਤ ਵਿੱਚ ਭਰਪੂਰ ਆਨੰਦ ਮਾਣਦਾ ਹਾਂ। ਮੈਨੂੰ ਤੇਰੇ ਕੋਲ ਰਹਿ ਕੇ ਹੀ ਖੁਸ਼ੀ ਮਿਲਦੀ ਹੈ। ਤੁਸੀਂ ਫਰਕ ਦੇਖੋ ਦੋ ਪਾਸਿਆਂ ਦਾ। ਉਧਰ ਸਾਊਲ ਦੀ ਜ਼ਿੰਦਗੀ ਦਾ ਕੰਮ ਦੇਖੋ, ਇੱਧਰ ਦਾਊਦ ਬੇਸ਼ੱਕ ਉਹ ਜਾੜਾਂ ਦੇ ਵਿੱਚ ਲੁਕਦਾ ਫਿਰਦਾ, ਲੇਕਿਨ ਪ੍ਰਭੂ ਨੇ ਉਸਨੂੰ ਆਪਣੀਆਂ ਬਾਹਾਂ 'ਚ ਲਿਆ। ਪ੍ਰਭੂ ਉਸਦੇ ਹਰ ਪਾਸੇ ਖੜਾ ਹੈ। ਪ੍ਰਭੂ ਸਾਡੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਮਦਦ ਕਰਦਾ, ਵੱਡੀਆਂ ਚੀਜ਼ਾਂ 'ਚ ਮਦਦ ਕਰਦਾ। ਬਿਨਯਾਮੀਨੀ ਦੁਸ਼ਮਣ ਸੀ ਇੱਕ ਵੇਲੇ ਦਾਊਦ ਦੇ, ਪ੍ਰਭੂ ਨੇ ਉਹਨਾਂ ਨੂੰ ਦਾਊਦ ਦਾ ਮਿੱਤਰ ਬਣਾ ਦਿੱਤਾ। ਉਹ ਸਾਊਲ ਰਾਜਾ ਸਾਊਲ ਨੂੰ ਛੱਡ ਕੇ ਆ ਗਏ। ਔਰ ਜਿਸ ਲਈ ਇਹਨਾਂ ਚੀਜ਼ਾਂ ਨੂੰ ਅਸੀਂ ਦੇਖਦੇ ਪਏ ਹਾਂ ਤੇ ਜਿਸ ਲਈ ਉਸਨੇ ਉਹ ਲੋਕ ਆਏ ਦਾਊਦ ਦੇ ਨਾਲ ਰਲ ਗਏ, ਤਾਂ ਆਹ ਜਿਹੜਾ ਭਜਨ ਆ ਇਹ ਉੱਥੇ ਆਉਂਦਾ, ਉਸ ਸਮੇਂ ਦੇ ਵਿੱਚ ਆਉਂਦਾ ਹੈ। ਪ੍ਰਭੂ ਦੇ ਪਿਆਰੇ ਲੋਕੋ, ਯਾਦ ਰੱਖੋ
ਉਹ ਆਪਣਿਆਂ ਕੋਲ ਆਇਆ, ਆਪਣਿਆਂ ਨੇ ਉਸ ਨੂੰ ਸਵੀਕਾਰ ਨਾ ਕੀਤਾ, ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਉਹਨਾਂ ਦਾ ਜਨਮ ਨਾ ਲਹੂ ਤੋਂ ਨਾ ਇਨਸਾਨ ਦੀ ਇੱਛਾ ਤੋਂ ਹੋਇਆ, ਪਰ ਉਹ ਪਰਮੇਸ਼ਰ ਦੀ ਆਪਣੀ ਇੱਛਾ ਦੇ ਨਾਲ ਉਸ ਦੀ ਸੰਤਾਨ ਬਣੇ। ਔਰ ਪ੍ਰਭੂ ਆਪਣੀ ਸੰਤਾਨ ਦੇ ਨਾਲ ਹਰ ਵੇਲੇ ਸਾਡੇ ਤੇ ਉਹੀ ਦੁੱਖ ਆਉਂਦੇ ਆ ਜਿਹੜੇ ਸਾਨੂੰ ਬਣਾਉਂਦੇ ਆ, ਔਰ ਦੁੱਖ ਆਉਣੇ ਜ਼ਰੂਰੀ। ਜਿਸ ਲਈ ਦੁੱਖ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਆ ਤੇ ਉਸ ਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਅੰਦਰੋਂ ਜਿਹੜੀ ਜ਼ਿੰਦਗੀ ਉਹ ਬਣਦੀ ਸਾਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠਣਾ ਆਉਂਦਾ। ਜੇ ਦਾਊਦ ਦੀ ਜ਼ਿੰਦਗੀ 'ਚ ਇਹ ਸਾਰੇ ਦੁੱਖ ਨਾ ਆਉਂਦੇ ਤੇ ਅੱਜ ਸਾਡੇ ਕੋਲ ਇਹ ਜ਼ਬੂਰ ਨਾ ਹੁੰਦੇ, ਇਹ ਭਜਨ ਨਾ ਹੁੰਦੇ, ਜਿਨ੍ਹਾਂ ਨੂੰ ਪੜ੍ਹ ਕੇ ਅੱਜ ਵੀ ਸਾਡੇ ਮਨ ਨੂੰ ਚੈਨ ਪੈਂਦੀ ਹੈ, ਕਿਉਂਕਿ ਪ੍ਰਭੂ ਨੇ ਉਸ ਨੂੰ ਕੱਢ ਲਿਆ ਉਹਨਾਂ ਚੀਜ਼ਾਂ ਦੇ ਵਿੱਚੋਂ ਦੀ, ਉਸ ਨੂੰ ਦਿਖਾ ਰਿਹਾ ਕਿ ਮੈਂ ਆਪਣੇ ਚੁਣੇ ਹੋਏ ਲੋਕਾਂ ਦੇ ਨਾਲ ਕੀ ਕਰਦਾ। ਔਰ ਪ੍ਰਭੂ ਤਿਆਰ ਉਸ ਨੂੰ ਕਰਦਾ ਪਿਆ, ਕਿਉਂਕਿ ਉਸ ਦੇ ਖਾਨਦਾਨ ਦੇ ਵਿੱਚ ਯਿਸੂ ਨੇ ਜਨਮ ਲੈਣਾ। ਉਹਦੇ ਖਾਨਦਾਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਜਨਮ ਲੈਣਾ। ਔਰ ਜਿੱਡਾ ਵੱਡਾ ਅਹੁਦਾ ਉਹਨੇ ਹੀ ਦੁੱਖਾਂ ਚੋਂ ਲੰਘਣਾ ਪੈਂਦਾ, ਪਰ ਅਸੀਂ ਇਕੱਲੇ ਨਹੀਂ ਲੰਘਦੇ, ਪ੍ਰਭੂ ਸਾਡੇ ਨਾਲ ਹੁੰਦਾ, ਪ੍ਰਭੂ ਸਾਡੇ ਨਾਲ ਹੁੰਦਾ। ਵੈਰੀ ਕੁਛ ਨਹੀਂ ਕਰ ਸਕਦਾ। ਉਸਨੂੰ ਅਸੀਂ ਐਵੇਂ ਹਊਆ ਬਣਾਇਆ ਆ। ਅੱਧੇ ਤੋਂ ਜ਼ਿਆਦਾ ਜਿਹੜੇ ਸਰਮਨ ਸ਼ੈਤਾਨ ਦੇ ਨਾਂ ਤੇ ਅਸੀਂ ਦਿੰਦੇ ਪਏ ਹਾਂ, ਯਿਸੂ ਦਾ ਨਾਮ ਨਹੀਂ ਵਰਤਦੇ, ਬਸ ਉਹੋ ਹੀ ਦੱਸੀ ਜਾਂਦੇ ਕਿ ਸ਼ੈਤਾਨ ਏਦਾਂ ਦਾ, ਸ਼ੈਤਾਨ ਹੁੰਦਾ। ਕੀ ਫਰਕ ਪੈ ਜਾਏਗਾ ਜੇ ਅਸੀਂ ਤਾਂ ਕਹਿੰਦੇ ਪਏ। ਜਰਾ ਧਿਆਨ ਦੇ ਨਾਲ ਸੋਚੋ, ਅਦਨ ਦੇ ਬਾਗ ਦੇ ਵਿੱਚ ਜਿਸ ਵੇਲੇ ਆਦਮ ਔਰ ਹਵਾ ਨੇ ਪਾਪ ਕੀਤਾ, ਪ੍ਰਭੂ ਨੇ ਆਦਮ ਨੂੰ ਪੁੱਛਿਆ ਕਿ ਤੂੰ ਇਹ ਕੰਮ ਕਿਉਂ ਕੀਤਾ? ਹਾਂ ਕਹਿੰਦਾ, ਜਿਹੜੀ ਤੂੰ ਮੈਨੂੰ ਦਿੱਤੀ ਆ ਇਹਨੇ ਮੈਨੂੰ ਦੇ ਦਿੱਤਾ ਤੇ ਮੈਂ ਖਾ ਲਿਆ। ਉਸਨੇ ਪਾਪ ਸਵੀਕਾਰ ਨਹੀਂ ਕੀਤਾ। ਹਵਾ ਨੂੰ ਪੁੱਛਿਆ ਕਿ ਤੂੰ ਇਹ ਕਿਉਂ ਕੀਤਾ? ਕਹਿੰਦੀ ਹਾਂ, ਜਿਹੜਾ ਤੂੰ ਸੱਪ ਬਣਾਇਆ ਇਹਨੇ ਮੈਨੂੰ ਕਿਹਾ, ਮੈਂ ਤੋੜਿਆ ਤੇ ਮੈਂ ਖਾ ਲਿਆ ਤੇ ਇਹਨੂੰ ਵੀ ਦੇ ਦਿੱਤਾ। ਜੇ ਉੱਥੇ ਉਹਦੇ ਤੇ ਸਾਰਾ ਪਾਪ ਸੁੱਟ ਕੇ ਕਿ ਇਹੋ ਹੀ ਆ ਜਿਹਨੇ ਸਭ ਕੁਝ ਕੀਤਾ, ਜੇ ਉੱਥੇ ਕੋਈ ਫਰਕ ਨਹੀਂ ਪਿਆ, ਸਾਨੂੰ ਸਾਰੀ ਉਸ ਤੋਂ ਬਾਅਦ ਇਨਸਾਨੀਅਤ ਨੂੰ ਇੰਨੇ ਦੁੱਖਾਂ ਦੇ ਵਿੱਚ ਦੀ ਲੰਘਣਾ ਪਿਆ, ਹੜ੍ਹ ਦੇ ਵਿੱਚ ਦੀ ਲੰਘਣਾ ਪਿਆ। ਨੋਆ ਦੇ ਸਮੇਂ ਹੜ੍ਹ ਆਇਆ, ਤੇ ਜੇ ਹੁਣ ਅਸੀਂ ਸ਼ੈਤਾਨ ਦੇ ਉੱਤੇ ਸਾਰਾ ਕੁਝ ਸੁੱਟ ਦਿਆਂਗੇ ਤੇ ਕੁਛ ਹੋ ਜਾਏਗਾ? ਬਿਲਕੁਲ ਨਹੀਂ ਹੋਏਗਾ। ਜਿੱਦਾਂ 7ਵਾਂ ਜ਼ਬੂਰ ਅਸੀਂ ਪੜ੍ਹਿਆ, ਉਸਨੇ ਕਿਹਾ ਤੂੰ ਮੇਰੇ ਅੰਦਰ ਦੇਖ। ਪਹਿਲਾਂ ਪ੍ਰਭੂ ਤੂੰ ਮੰਗੋ ਕਿ ਮੇਰੀਆਂ ਅੰਦਰ ਦੀਆਂ ਅੱਖਾਂ ਖੋਲ ਜੋ ਮੇਰੇ ਅੰਦਰ ਨੂੰ ਦੇਖੇ, ਔਰ ਮੈਂ ਤੇਰੀ ਹਜ਼ੂਰੀ ਦੇ ਵਿੱਚ ਪਾਦਾ, ਮੈਂ ਅੰਦਰੋਂ ਆਪਣੇ ਆਪ ਨੂੰ ਸਾਫ਼ ਕਰਾਂ, ਮੈਂ ਉਹ ਚੀਜ਼ਾਂ ਕੱਢਾਂ ਤਾਂ ਕਿ ਤੇਰੀ ਹਜ਼ੂਰੀ ਵਧੇ। ਔਰ ਇਸੇ ਕਰਕੇ ਦਾਊਦ ਨੇ ਪਹਿਲਾਂ ਆਪਣੇ ਅੰਦਰ ਤੱਕਿਆ 7ਵੇਂ ਜ਼ਬੂਰ ਦੇ ਵਿੱਚ, ਤੇ ਉਸਨੇ ਆਪਣੇ ਜੋ ਅੰਦਰ ਸੀਗਾ ਉਹ ਦਿਖਾਇਆ ਪ੍ਰਭੂ ਕਿ ਦੇਖ ਮੇਰੇ ਹੱਥੋਂ ਕੁਛ ਨਹੀਂ ਹੋਇਆ। ਤੇ ਫਿਰ ਉਹ ਕਹਿ ਰਿਹਾ ਮੇਰੇ ਵੈਰੀਆਂ ਦੇ ਨਾਲ ਤੂੰ ਕੀ ਕਰ। ਆਪਣੀ ਛੋਟੀ ਸੋਚ ਦੇ ਅਨੁਸਾਰ ਉਹ ਕਹਿ ਰਿਹਾ, ਆਪਣਾ ਹਿਰਖ ਪ੍ਰਭੂ ਨੇ ਸੁਣਿਆ। ਔਰ ਇੱਥੇ ਉਹ ਕਹਿ ਰਿਹਾ, ਪ੍ਰਭੂ ਨੇ ਆ ਜਿਹੜਾ ਜ਼ਬੂਰ ਉਸ ਨੂੰ ਦਿੱਤਾ, ਸ਼ਾਂਤੀ ਦਾ ਜ਼ਬੂਰ ਦਿੱਤਾ। ਤੇ ਉਹ ਆਪ ਕਹਿ ਰਿਹਾ, ਮੇਰਾ ਪ੍ਰਭੂ ਮੇਰੇ ਨਾਲ, ਮੇਰਾ ਵਿਰਸਾ ਮਹਾਨ, ਹਾਲੇ ਮਿਲਿਆ ਨਹੀਂ, ਮੇਰਾ ਵਿਰਸਾ ਮਹਾਨ। ਕੱਲਾ ਇਜ਼ਰਾਈਲ ਨਹੀਂ ਮਿਲਿਆ ਉਸਨੂੰ, ਉਹਦੇ ਖਾਨਦਾਨ ਚ ਪ੍ਰਭੂ ਯਿਸੂ ਵੀ ਪੈਦਾ ਹੋਏ।
ਔਰ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਆਏ ਆ, ਉਹਨਾਂ ਨੇ ਆਪਣਾ ਜਿਹੜਾ ਆਖਰੀ ਦਿਨਾਂ ਦੇ ਵਿੱਚ ਉਹ ਜਰੂਸਲਮ 'ਚ ਪ੍ਰਵੇਸ਼ ਕੀਤਾ ਤੇ ਲੋਕਾਂ ਨੇ ਟਾਹਣੀਆਂ ਸੁੱਟੀਆਂ, ਕੱਪੜੇ ਵਿਛਾ ਕੇ ਕਿਹਾ, ਦਾਊਦ ਦੇ ਪੁੱਤਰ ਦੀ ਜੈ ਹੋਏ। ਦਾਊਦ ਦਾ ਪੁੱਤਰ ਉਸਨੂੰ ਕਿਹਾ ਉਹਨਾਂ ਨੇ। ਉਹ ਸੀ ਵਿਰਸਾ ਅਸਲੀ, ਤੇ ਉਹੀ ਸਾਡਾ ਵਿਰਸਾ। ਸਾਡਾ ਵਿਰਸਾ ਮਹਾਨ, ਬਰਕਤਾਂ ਵਾਲਾ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ। ਆਓ ਦੁਆ ਕਰੀਏ ਔਰ ਫਿਰ ਅਸੀਂ ਪ੍ਰਭੂ ਦੀ ਹਜ਼ੂਰੀ 'ਚ ਆਪਣਾ ਆਪ ਦਈਏ ਔਰ ਫਿਰ ਬਾਕੀ ਕੱਲ ਦੇਖਾਂਗੇ। ਪ੍ਰਭੂ ਜੀ, ਮੈਂ ਤੇਰਾ ਬਹੁਤ ਸ਼ੁਕਰ ਕਰਦਾ, ਤੇਰੀ ਦਇਆ ਦੇ ਲਈ, ਤੇਰੇ ਰਹਿਮ ਦੇ ਲਈ, ਤੇਰੇ ਪਿਆਰ ਦੇ ਲਈ। ਸੱਚਮੁੱਚ ਖੁਦਾਵੰਦ, ਸਾਡੀਆਂ ਸਭ ਚੰਗੀਆਂ ਚੀਜ਼ਾਂ ਦਾ ਸੋਮਾ ਤੂੰ ਹੀ ਆ। ਔਰ ਪ੍ਰਭੂ ਜੀ, ਤੇਰੇ ਵਿੱਚ ਹੀ ਸਾਡੀ ਖੁਸ਼ੀ ਆ, ਔਰ ਤੂੰ ਸਾਡਾ ਠਹਿਰਾਇਆ ਹੋਇਆ ਵਿਰਸਾ ਆ। ਤੇਰਾ ਹੱਥ ਹਮੇਸ਼ਾ ਸਾਡੇ ਨਾਲ ਰਹਿੰਦਾ, ਔਰ ਇਸ ਕਰਕੇ ਖੁਦਾਵੰਦ ਅਸੀਂ ਅਟਲ ਤੇਰੀ ਸੰਗਤ ਦੇ ਵਿੱਚ ਖੜੇ। ਪਿਆਰੇ ਪ੍ਰਭੂ, ਮੈਂ ਇਸ ਵਕਤ ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਖਾਨਦਾਨਾਂ ਨੂੰ ਖੁਦਾਵੰਦ, ਇਸ ਨੂੰ ਮੈਂ ਤੇਰੇ ਪਵਿੱਤਰ ਹੱਥਾਂ 'ਚ ਦਿੰਦਾ, ਔਰ ਆਪਣੇ ਆਪ ਨੂੰ ਵੀ, ਇਹਨਾਂ ਦਾ ਤਨ ਮਨ ਆਤਮਾ ਖੁਦਾ ਸਭ ਨੂੰ ਪ੍ਰਭੂ ਜੀ ਤੂੰ ਤਾਕਤ ਦੇ, ਔਰ ਮੇਰੇ ਨਾਲ ਵੀ ਬਣਿਆ ਰਹੇ। ਮੇਰੇ ਪਿਆਰੇ ਪ੍ਰਭੂ, ਆਪਣੇ ਬੱਚਿਆਂ ਨੂੰ ਵਚਨ ਦੇ ਵਿੱਚ ਵਧਾ, ਆਪਣੇ ਵਿੱਚ ਵਧਾ, ਤਾਂ ਕਿ ਪ੍ਰਭੂ ਜੀ ਅਸੀਂ ਜਾਣ ਸਕੀਏ ਕਿ ਸਾਡੇ ਕੋਲ ਕੀ ਕੁਛ। ਇੰਨੇ ਜਿਸ ਦਿਨ ਸਾਡਾ ਜਨਮ ਹੋਇਆ ਸੀ, ਤੂੰ ਕਿੰਨੇ ਗਿਫਟ ਸਾਡੇ ਆਲੇ ਦੁਆਲੇ ਰੱਖੇ ਹੋਣਗੇ, ਜਿਹਨਾਂ ਚੋਂ ਅਸੀਂ ਖੋਲ ਕੇ ਇੱਕ ਵੀ ਨਹੀਂ ਦੇਖੇ। ਅਸੀਂ ਉਹ ਪੁਰਾਣੇ ਤਰੀਕਿਆਂ ਦੇ ਨਾਲ ਹੀ ਪ੍ਰਭੂ ਜੀ ਤੈਨੂੰ ਉਹਨਾਂ ਡੱਬਿਆਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਤੂੰ ਉਹ ਨਹੀਂ। ਤੂੰ ਵਿਲੱਖਣ ਪਰਮੇਸ਼ਵਰ ਆ ਔਰ ਵਿਲੱਖਣ ਕੰਮ ਕਰਦਾ। ਪਿਆਰੇ ਪ੍ਰਭੂ, ਸਾਡੀ ਬੁੱਧ ਨੂੰ ਵਧਾ, ਸਾਡੀ ਨਜ਼ਰ ਨੂੰ ਤੇਜ਼ ਕਰ, ਸਾਡੀਆਂ ਕੰਨਾਂ ਨੂੰ ਸਾਫ਼ ਕਰ, ਕਿ ਪ੍ਰਭੂ ਜੀ ਸਾਡੀਆਂ ਅੱਖਾਂ ਤੈਨੂੰ ਦੇਖਣ, ਸਾਡੇ ਕੰਨ ਤੇਰੀ ਆਵਾਜ਼ ਨੂੰ ਸੁਣ, ਔਰ ਪ੍ਰਭੂ ਜੀ ਹਰ ਜਗ੍ਹਾ ਤੇ ਅਸੀਂ ਤੈਨੂੰ ਮਹਿਸੂਸ ਕਰਕੇ ਦੇਖੀਏ ਕਿ ਮੇਰਾ ਪ੍ਰਭੂ ਮੇਰੇ ਨਾਲ, ਮੇਰਾ ਪ੍ਰਭੂ ਮੇਰੇ ਨਾਲ। ਹੁਣ ਜੋ ਸਾਨੂੰ ਡਿੱਗਣ ਤੋਂ ਬਚਾ ਸਕਦਾ, ਜਿਸਨੇ ਸਾਡੀ ਜਾਨ ਬਚਾਉਣ ਦੇ ਲਈ ਆਪਣੀ ਜਾਨ ਦਿੱਤੀ, ਜੋ ਕਿਰਪਾ ਦਇਆ ਦੇ ਨਾਲ ਭਰਿਆ ਪਿਆ, ਪ੍ਰਭੂ ਯਿਸੂ ਸਾਡੇ ਨਾਲ ਰਹੇ, ਉਸ ਦਾ ਆਤਮਾ ਸਾਡੇ ਅੰਦਰ ਰਹੇ, ਬਾਪ ਦੀ ਨਿਗਾਹਬਾਨੀ ਸਾਡੇ ਉੱਪਰ ਰਹੇ। ਇਹ ਸਭ ਕੁਛ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ। ਪਿਆਰੇ ਬਾਪ, ਸੁਣ ਔਰ ਸੰਪੂਰਨ ਕਰ, ਯਿਸੂ ਦੇ ਨਾਮ 'ਚ। ਬਲੈਸ ਯੂ। ਕੱਲ ਨੂੰ ਮਿਲਾਂਗੇ। ਕੱਲ ਨੂੰ ਅਸੀਂ ਦੇਖਾਂਗੇ ਅਗਲੇ ਚੈਪਟਰ, ਜਿਹਦੇ ਵਿੱਚ ਬੜੀ ਬਰਕਤ ਵਾਲੀਆਂ ਚੀਜ਼ਾਂ ਆ। ਔਰ ਕੱਲ ਨੂੰ ਕ੍ਰੋਨਿਕਲਸ ਦੇ ਵਿੱਚੋਂ ਦੇਖਾਂਗੇ, ਇਤਿਹਾਸ ਦੇ ਵਿੱਚੋਂ ਵੀ ਦਾਊਦ ਦੀ ਜ਼ਿੰਦਗੀ ਦੇਖਾਂਗੇ। ਸੋ ਨਾਲ ਕੱਲ ਨੂੰ ਅਸੀਂ ਜ਼ਰੂਰ ਵੀ ਦੇਖਾਂਗੇ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ ਔਰ ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ। ਬਲੈਸ ਯੂ।